ਤੇ ਇਹ ਜਿਹੜੇ ਮੋਰਚੇ ਨੇ ਜਿਨ੍ਹਾਂ ਦੇ ਵਿੱਚ ਸਿਆਸੀ ਆਗੂ ਵੀ ਹੁਣ ਆਣੇ ਸ਼ੁਰੂ ਹੋ ਗਏ ਨੇ ਜੋ ਹੋਂਦ ਬਚਾਉਣ ਵਾਸਤੇ ਲੱਗੇ ਨੇ, ਇਹ ਮੋਰਚਿਆਂ ਦੀ ਹੋਂਦ ਤੁਹਾਨੂੰ ਕੀ ਲੱਗਦੀ ਹੈ? ਆਏ ਆ ਜੀ ਕਿ ਤੁਸੀਂ ਜਿਵੇਂ ਬਰਗਾੜੀ ਦੇ ਮੋਰਚੇ ਦੀ ਗੱਲ ਕੀਤੀ ਹੈ, ਹੋਰ ਆਪਾਂ ਨਾ ਦੋ ਮੁੱਖ ਜਿੱਤਾਂ ਸਿੱਖਾਂ ਨੇ ਕੀਤੀਆਂ ਆਪਦੇ ਇਤਿਹਾਸ ਦੇ ਵਿੱਚ। ਇੱਕ ਤਾਂ ਮਿਸਲ ਕਾਲ ਵੇਲੇ ਜਦੋਂ ਰਾਜ ਬਣ ਗਿਆ ਸਾਡਾ, ਦੂਜਾ ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਹੋਂਦ ਚ ਆਈ। ਅੱਜ ਇਹ ਜਦੋਂ ਆਪਣੇ ਹੁਣ ਮੋਰਚੇ ਬਾਅਦ ਦੇ ਕਈ ਲੱਗੇ, ਉਹਨਾਂ ਦੇ ਵਿੱਚ ਉਹ ਸਡਨ ਅਪਸਰਜ ਸੀ, ਪਰ ਉਹ ਤਿਆਰੀ ਨਹੀਂ ਸੀ ਪਿਛਲੀ ਜਿਹੜੀ ਬੌਧਿਕ ਤਿਆਰੀ ਕਰਦੇ ਆ ਨਾ। ਸਿੰਘ ਸਭਾ ਵੇਲੇ ਜੋ ਲਹਿਰ ਚੱਲੀ, ਜੋ ਬੌਧਿਕ ਤਿਆਰੀ ਉਸ ਵੇਲੇ ਤੁਸੀਂ ਕਹਿ ਰਹੇ ਹੋ ਕਿ ਹੋਈ ਹੈ, ਅੱਜ ਜੋ ਨਹੀਂ ਹੈ ਉਸ ਦੀ ਅਗਰ ਅਸੀਂ ਗੱਲ ਕਰਦੇ ਹਾਂ ਤਾਂ ਅਗਰ ਅਸੀਂ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦਾ ਸਮਾਂ ਵੇਖਦੇ ਹਾਂ, ਅਗਰ ਉਹ ਉਧਰ ਨਜ਼ਰ ਮਾਰਦੇ ਹਾਂ, ਤੁਹਾਨੂੰ ਨਹੀਂ ਲੱਗਦਾ ਕਿ ਉਸ ਵੇਲੇ ਵੀ ਇਦਾਂ ਦੀ ਹੀ ਲਹਿਰ ਉੱਠਣੀ ਸ਼ੁਰੂ ਹੋਈ ਸੀ ਜੋ ਦਿੱਲੀ ਨੂੰ ਹੱਥਾਂ ਪੈਰਾਂ ਦੀ ਪਈ ਸੀ? ਨਵਾਬ ਕਪੂਰ ਸਿੰਘ ਹੋਰਾਂ ਨੇ ਤੁਹਾਨੂੰ ਜਥੇਬੰਦ ਕੀਤਾ, ਦੂਜੇ ਪਾਸੇ ਭਾਈ ਮਨੀ ਸਿੰਘ ਤੇ ਹੋਰ ਸਿੰਘਾਂ ਨੇ ਰਹਿਤਨਾਮੇ ਲਿਆ ਕੇ ਗੁਰਬਾਣੀ ਦਾ ਪ੍ਰਚਾਰ ਕਰਕੇ ਨਾਲ ਦੀ ਨਾਲ ਇੱਕ ਵਿਵੇਕ ਵੀ ਪੈਦਾ ਕੀਤਾ ਕੌਮ 'ਚ। ਠੀਕ ਹੈ ਨਾ ਜੀ। ਤਾਂ ਇਹ ਉਸ ਦੇ ਆਸਰੇ, ਉਹ ਜਿਹੜਾ ਵਿਵੇਕ ਤੇ ਸਿਦਕ ਪੈਦਾ ਕੀਤਾ, ਉਹਦੇ ਆਸਰੇ ਇਹ ਲੜ ਗਏ। ਗੁਰਬਾਣੀ ਅਖੰਡ ਬਾਣੀ ਦੇਖ ਰਹੀਆਂ ਦੇਸ਼ ਵਿਦੇਸ਼ ਦੀਆਂ ਸਾਰੀਆਂ ਸੰਗਤਾਂ ਦਾ ਮੈਂ ਪ੍ਰੀਤ ਸੈਣੀ ਸਵਾਗਤ ਕਰਦਾ ਤੁਹਾਡੇ ਆਪਣੇ ਪਸੰਦੀਦਾ ਪ੍ਰੋਗਰਾਮ ਸਫਰੇ ਸਿੱਖੀਜ਼ਮ ਦੇ ਵਿੱਚ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੂਰੇ ਪੰਜਾਬ ਦੇ ਵਿੱਚ ਜਵਾਨੀ, ਕਿਸਾਨੀ, ਮਜ਼ਦੂਰ ਏਕਤਾ ਜ਼ਿੰਦਾਬਾਦ ਕਹਿਲਾਈ ਜਾ ਰਹੀ ਹੈ ਤੇ ਹੋਣੀ ਵੀ ਚਾਹੀਦੀ ਹੈ, ਕਿਉਂਕਿ ਹੁਣ ਗੱਲ ਪੰਜਾਬ ਦੀ ਹੋਂਦ ਬਚਾਉਣ ਦੀ ਹੈ। ਇਸ ਲਈ ਮੋਰਚੇ ਲੱਗੇ ਹੋਏ ਨੇ ਤੇ ਇੱਕ ਮੋਰਚਾ ਜਿਸ ਨੇ ਦਿੱਲੀ ਨੂੰ ਵੀ ਭਾਜੜਾਂ ਪਾਈਆਂ ਹੋਈਆਂ, ਉਹ ਹੈ ਸ਼ੰਭੂ ਦਾ ਮੋਰਚਾ। ਤੇ ਅਸੀਂ ਅੱਜ ਸ਼ੰਭੂ ਦੇ ਮੋਰਚੇ ਤੇ ਹੀ ਖੜੇ ਹਾਂ। ਇੱਕ ਸਮਾਂ ਸੀ ਜਦੋਂ ਮਿਸਲਾਂ ਦਾ ਸਮਾਂ ਚੱਲਦਾ ਸੀਗਾ ਤੇ ਜੇਕਰ ਕਿੰਨੇ ਵੀ ਪਾੜ ਕੌਮ ਦੇ ਵਿੱਚ ਕਿਉਂ ਨਾ ਪਏ ਹੁਣ, ਜੇ ਕੋਈ ਬਾਹਰੀ ਸਾਡੇ ਤੇ ਹਮਲਾ ਕਰਦਾ ਸੀ ਤਾਂ ਮਿਸਲਾਂ ਇਕਜੁੱਟ ਇਕਮੁੱਠ ਹੋ ਕੇ ਉਸ ਦੁਸ਼ਮਣ ਨੂੰ ਨੱਥ ਪਾਉਂਦੀਆਂ ਸੀ। ਉਹਨਾਂ ਮਿਸਲਾਂ ਦੀ ਸਟ੍ਰੈਟਜੀ ਕੀ ਹੁੰਦੀ ਸੀ, ਸਾਡੀਆਂ ਉਹਨਾਂ ਮਿਸਲਾਂ ਦੇ ਕਾਮਯਾਬੀ ਦੇ ਪਿੱਛੇ ਦੇ ਕਾਰਨ ਕੀ ਹੁੰਦੇ ਸੀ, ਉਹਨਾਂ ਮਿਸਲਾਂ ਉੱਤੇ ਜਿਨ੍ਹਾਂ ਨੇ ਕਿਤਾਬਾਂ ਲਿਖੀਆਂ, ਅਜੇਪਾਲ ਸਿੰਘ ਜੋ ਕਿ ਇਸ ਮੋਰਚੇ ਦੇ ਵਿੱਚ ਸਾਡੇ ਰੂਬਰੂ ਹੋਏ ਨੇ, ਉਹਨਾਂ ਨੂੰ ਅਸੀਂ ਤੁਹਾਡੇ ਰੂਬਰੂ ਕਰਨ ਲੱਗੇ ਤੇ ਜਾਣਨ ਦੀ ਕੋਸ਼ਿਸ਼ ਇਹ ਕਰਾਂਗੇ ਕਿ ਜਿਹੜੇ ਮੋਰਚੇ ਅੱਜ ਖੜੇ ਹੋਏ ਨੇ ਇਹ ਕਿੱਦਾਂ ਕਾਮਯਾਬ ਅਸੀਂ ਕਰ ਸਕਦੇ ਹਾਂ ਤੇ ਇਸ ਨਾਲ ਸਾਨੂੰ ਪ੍ਰਾਪਤੀਆਂ ਕੀ ਹੋਣਗੀਆਂ। ਸਭ ਤੋਂ ਪਹਿਲਾਂ ਸਵਾਗਤ ਹੈ ਜੀ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਇਹ ਜਾਣਨਾ ਚਾਹਾਂਗੇ ਕਿ ਮਿਸਲਾਂ ਦੇ ਉੱਤੇ ਤੁਸੀਂ ਬੁੱਕਸ ਲਿਖੀਆਂ ਨੇ ਦੋ, ਮਿਸਲਾਂ ਦੀ ਸਟ੍ਰੈਟਜੀ ਕੀ ਹੁੰਦੀ ਸੀ ਤੇ ਅੱਜ ਜਿਹੜੇ ਮੋਰਚੇ ਲੱਗਦੇ ਨੇ, ਅਸੀਂ ਬਰਗਾੜੀ ਦਾ ਹੀ ਮੋਰਚਾ ਵੇਖਿਆ, ਉਸ ਤੋਂ ਇਲਾਵਾ ਵੀ ਬਹੁਤ ਮੋਰਚੇ ਲੱਗੇ ਨੇ ਤੇ ਉਹ ਅਸੀਂ ਨੇਸ ਤੋਂ ਨਾਬੂਦ ਹੁੰਦੇ ਵੀ ਦੇਖੇ ਨੇ, ਉਹਦੇ ਪਿੱਛੇ ਦੇ ਕਾਰਨ ਕੀ ਨੇ? ਵੇਖੋ ਜੀ, ਮਿਸਲ ਕਾਲ ਵੇਲੇ ਆਪਣਾ ਕੋਈ ਪਾੜਾ ਨਹੀਂ ਸੀ ਲੋਕਾਂ ਨਾਲ, ਉਹ ਇੱਕ ਤਰ੍ਹਾਂ ਦੀ ਫਲੈਕਸੀਬਿਲਿਟੀ ਰੱਖਣ ਵਾਸਤੇ ਉਹਨਾਂ ਦੀ ਆਰਗੇਨਾਈਜ਼ਿੰਗ ਸਕਿੱਲ ਸੀਗੀ ਕਿ ਅਸੀਂ ਆਰਗੇਨਾਈਜ਼ ਕਿਵੇਂ ਹੋਣਾ। ਵੇਖੋ ਪਹਿਲਾਂ ਉਹ ਜਦੋਂ ਦੁਸ਼ਮਣ ਤਕੜਾ ਸੀ, ਉਹ ਹਲੇ ਕਮਜ਼ੋਰ ਸੀ, ਤਾਂ ਉਹ 66 ਜਾਂ 70 ਦਲਾਂ 'ਚ ਸੀਗੇ। ਫਿਰ ਉਹਨਾਂ ਨੇ ਵੇਖਿਆ ਕਿ ਅਸੀਂ ਹੁਣ ਥੋੜ੍ਹਾ ਜਿਹਾ ਸਾਡੀ ਪੋਜੀਸ਼ਨ ਸਟਰੋਂਗ ਹੈਗੀ ਹੈ ਤਾਂ ਅਸੀਂ ਬੈਟਰ ਆਰਗੇਨਾਈਜ਼ ਹੋ ਜਾਈਏ, ਤਾਂ ਉਹ 11 'ਚ ਹੋ ਗਏ। 11 'ਚ ਹੋਣ ਦਾ ਉਹਨਾਂ ਨੂੰ ਇਹ ਵੱਡਾ ਐਡਵਾਂਟੇਜ ਇਹ ਸੀ, ਇਹ ਨਹੀਂ ਕਿ ਉਹ ਇੱਕ ਦੂਜੇ ਦੇ ਕੋਈ ਦੁਸ਼ਮਣ ਸੀ, ਠੀਕ ਹੈ ਜੀ, ਉਹ ਤਾਂ ਬਹੁਤ ਲੇਟਰ ਆ ਕੇ ਕਿਤੇ ਇੱਕ ਦੂਜੇ ਨਾਲ ਲੜੇ ਆ, ਠੀਕ ਹੈ ਜੀ। ਅਤੇ ਉਦੋਂ ਪਹਿਲਾਂ ਤਾਂ ਉਹਨਾਂ ਦੇ ਵਿੱਚ ਜਿਹੜੀ ਸੀ ਉਹ ਇਹ ਸੀਗਾ ਕਿ ਉਹਦੇ ਨਾਲ ਆਰਗੇਨਾਈਜ਼ਿੰਗ ਮਤਲਬ ਜਥੇਬੰਦ ਹੋਣ ਦੇ ਵਿੱਚ ਉਹਨਾਂ ਨੂੰ ਇੱਕ ਫਲੈਕਸੀਬਿਲਿਟੀ ਮਿਲਦੀ ਸੀ, ਠੀਕ ਹੈ ਜੀ, ਕਿ ਵੀ ਕੋਈ ਵੀ ਇੱਕ ਜਿਹੜਾ ਆਪਣਾ ਲੜਾਕਾ ਸੀਗਾ ਜਾਂ ਜੁਝਾਰੂ ਸੀ ਉਹਦੇ ਵਿੱਚ, ਉਹ ਕਿਸੇ ਵੀ ਮਿਸਲ 'ਚ ਹੋ ਸਕਦਾ ਸੀ। ਉਹ ਕੋਈ ਇਹ ਨਹੀਂ ਸੀਗਾ ਵੀ ਇਸ ਮਿਸਲ 'ਚ ਹੋ ਗਿਆ ਤਾਂ ਦੂਜੀ 'ਚ ਨਹੀਂ ਜਾ ਸਕਦਾ ਸੀ, ਉਹਦਾ ਜਿੱਥੇ ਵੀ ਉਹਨੂੰ ਦਾ ਦਿਲ ਕਰਦਾ ਸੀ ਉੱਥੇ ਜਾ ਸਕਦਾ ਸੀ, ਜਿਸ ਵੀ ਜੱਥੇ 'ਚ ਹੋਣਾ ਚਾਹੁੰਦਾ ਸੀ ਹੋ ਸਕਦਾ ਸੀ। ਅਤੇ ਉਹਦਾ ਕੋਈ ਗੁੱਸਾ ਵੀ ਨਹੀਂ ਮੰਨਿਆ ਜਾਂਦਾ ਸੀ, ਕੋਈ ਉਹਦੇ ਕਰਕੇ ਵੈਰ ਵਿਰੋਧ ਗੁੱਸਾ ਗੁਲਾ ਨਹੀਂ ਸੀਗਾ। ਅਤੇ ਉਹ ਇੱਕ ਤਰ੍ਹਾਂ ਉਹ ਆਰਗੇਨਾਈਜ਼ ਹੋਣ ਦੀ ਇੱਕ ਫਲੈਕਸੀਬਿਲਿਟੀ ਦਿੰਦਾ ਸੀਗਾ। ਫਲੈਕਸੀਬਿਲਿਟੀ ਦਾ ਇਹ ਐਡਵਾਂਟੇਜ ਹੁੰਦਾ ਸੀ ਕਿ ਜੇ ਕਿਤੇ ਤੁਹਾਡੇ ਇੱਕ ਨੂੰ ਭੀੜ ਪੈ ਗਈ ਹੈ ਤਾਂ ਬਾਕੀ ਉਹਦੀ ਮਦਦ ਵਾਸਤੇ ਆ ਸਕਦੇ ਆ। ਸੈਕੰਡਲੀ, ਜਦੋਂ ਲੋੜ ਆ, ਕੋਈ ਕਾਮਨ ਆਬਜੈਕਟਿਵ ਹੈ, ਜੇ ਚਾਹੇ ਉਹ ਐਨਮੀ ਦੁਸ਼ਮਣ ਆ ਗਿਆ ਬਾਹਰੋਂ ਜਾਂ ਕੋਈ ਬਾਹਰ ਤੁਸੀਂ ਹਮਲਾ ਕਰਨਾ ਹੈ, ਕਿਤੇ ਕੋਈ ਤੁਸੀਂ ਇਕੱਠੇ ਹੋ ਕੇ ਹਮਲਾ ਕਰਨਾ, ਤਾਂ ਉਦੋਂ ਗੁਰਮਤਾ ਪਕਾ ਲਿਆ ਜਾਂਦਾ ਸੀਗਾ। ਸਰਬਤ ਖਾਲਸਾ ਬੁਲਾ ਕੇ ਰਾਠ ਸਿੰਘਾਂ ਦਾ ਅਤੇ ਗੁਰਮਤਾ ਕਰ ਲਿਆ ਜਾਂਦਾ ਸੀਗਾ। ਉਹ ਗੁਰਮਤੇ ਦੇ ਹਿਸਾਬ ਨਾਲ ਇੱਕ ਜਥੇਦਾਰ ਥਾਪ ਦਿੱਤਾ ਜਾਂਦਾ ਸੀਗਾ, ਕੋਈ ਹੋਰ ਵੀ ਉਹਦੇ ਨਾਲ ਕਮੇਟੀ ਹੁੰਦੀ। ਉਹ ਗੁਰਮਤਾ ਕਿਤੇ ਵੀ ਹੋ ਸਕਦਾ ਸੀਗਾ। ਵੱਡੇ ਘੱਲੂਘਾਰੇ ਦੇ ਵੇਲੇ ਜੰਗ ਦੇ ਮੈਦਾਨ 'ਚ ਗੁਰਮਤਾ ਪਿਆ ਉਹਨਾਂ ਦਾ, ਸੋ ਜੰਗ ਦੇ ਮੈਦਾਨ 'ਚ ਵੀ ਹੋ ਸਕਦਾ ਸੀ, ਪਰ ਆਮ ਤੌਰ 'ਤੇ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਹੁੰਦਾ ਸੀ ਕਿ ਉਹਨੂੰ ਇੱਕ ਤਰਕ ਵੱਲੋਂ ਪਾਇਆ ਜਾਂਦਾ ਸੀ, ਪਰ ਉਹਨੂੰ ਇੱਕ ਸਪਿਰਚੁਅਲ ਸੈਂਕਟਿਟੀ ਮਿਲ ਜਾਂਦੀ ਸੀ ਜੀ, ਠੀਕ ਆ। ਉਹ ਗੁਰੂਆਂ ਦੀ ਮਤਲਬ ਉਹਨੂੰ ਛੋਹ ਪ੍ਰਾਪਤ ਕਹਿ ਲਓ ਜਾਂ ਕਿਵੇਂ ਵੀ ਆ, ਤਾਂ ਉਹ ਇੱਕ ਰੂਹਾਨੀ
ਤਾਕਤ ਰੱਖਦਾ ਸੀ। ਤਾਕਤ ਉਹ ਰੱਖਦਾ ਸੀ ਤੇ ਉਹਨਾਂ ਦੀ ਕਾਮਯਾਬੀ ਵੀ ਅਸੀਂ ਦੇਖੀ ਫਿਰ, ਕਿਉਂਕਿ ਉਹ ਇੱਕ ਬਹੁਤ ਵਧੀਆ ਸਟ੍ਰੈਟਜੀ ਦੇ ਨਾਲ ਚੱਲਦੇ ਸੀ ਕਿ ਚਾਹੇ ਆਪਸੀ ਮਤਭੇਦ ਹੋਣ ਜਾਂ ਬਾਹਰੋਂ ਕੋਈ ਤਾਕਤਾਂ ਹਮਲਾ ਸਾਡੇ ਉੱਤੇ ਕਰ ਰਹੀਆਂ ਨੇ, ਪਰ ਉਹ ਇਕਜੁੱਟ ਹੋ ਕੇ ਉਹਨਾਂ ਚੀਜ਼ਾਂ ਤੇ ਨੱਥ ਪਾਉਣ 'ਚ ਹਮੇਸ਼ਾ ਕਾਮਯਾਬ ਰਹੇ। ਅੱਜ ਜਿਹੜੇ ਮੋਰਚੇ ਲੱਗਦੇ ਨੇ ਉਹ ਮੋਰਚੇ ਅਸੀਂ ਦੇਖੇ ਨੇ ਕਿ ਸਿਖਰਾਂ ਤੇ ਪਹੁੰਚ ਕੇ ਟੁੱਟ ਜਾਂਦੇ ਨੇ, ਖੇਰੂ ਹੋ ਜਾਂਦੇ ਨੇ। ਬਰਗਾੜੀ ਦਾ ਮੋਰਚਾ ਵੀ ਅਸੀਂ ਦੇਖਿਆ, ਉਸ ਤੋਂ ਇਲਾਵਾ ਹੋਰ ਬਹੁਤ ਸਾਰੇ ਮੋਰਚੇ ਵੇਖੇ। ਤੁਹਾਨੂੰ ਜਿਹੜਾ ਸ਼ੰਭੂ ਤੇ ਮੋਰਚਾ ਲੱਗਿਆ ਜਾਂ ਹੋਰ ਥਾਵਾਂ ਦੇ ਉੱਤੇ ਜੋ ਨੌਜਵਾਨਾਂ ਨੇ ਮੋਰਚੇ ਲਾਏ ਨੇ, ਤੇ ਦਿੱਲੀ ਆਪਣੀ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਕਿੱਦਾਂ ਇਹ ਮੋਰਚਿਆਂ ਨੂੰ ਰੋਕਿਆ ਜਾਵੇ ਜਾਂ ਕਿੱਦਾਂ ਮੋਰਚਿਆਂ ਦੇ ਆਗੂ ਖਰੀਦੇ ਜਾਣ ਜਾਂ ਕਿੱਦਾਂ ਇਹਨਾਂ ਦੇ ਵਿੱਚ ਫਾੜ ਪਾਇਆ ਜਾਵੇ। ਹਰ ਕੋਈ ਜਾਣਦਾ ਆ। ਹੁਣ ਸਿਆਸੀ ਧਿਰਾਂ ਵੀ ਬਹੁਤ ਨੇ ਜਿਹੜੀਆਂ ਆਪਣੇ ਵੱਲੋਂ ਪਹੁੰਚ ਕਰ ਰਹੀਆਂ ਕਿ ਕਿਹੜੇ ਮੋਰਚੇ ਤੇ ਸਾਨੂੰ ਅਸੀਂ ਪਹੁੰਚੀਏ ਤੇ ਸਾਡਾ ਵਿਰੋਧ ਨਾ ਹੋਵੇ। ਪਹਿਲਾਂ ਘੋਖ ਕਰ ਰਹੀਆਂ ਨੇ, ਫਿਰ ਪਹੁੰਚ ਰਹੀਆਂ ਨੇ, ਜਿਸ ਦਾ ਮੋਰਚਿਆਂ ਦੇ ਆਗੂਆਂ ਨੂੰ ਵੀ ਸਪਸ਼ਟੀਕਰਨ ਬਾਅਦ 'ਚ ਦੇਣਾ ਪੈ ਰਿਹਾ ਸੰਗਤ ਨੂੰ ਕਿ ਭਾਈ ਅਸੀਂ ਕਿਸੇ ਨੂੰ ਨਹੀਂ ਬੁਲਾਇਆ, ਜਿਹੜੇ ਆਏ ਨੇ ਆਪ ਮੁਹਾਰੇ ਆਏ ਨੇ। ਤੇ ਇਹ ਜਿਹੜੇ ਮੋਰਚੇ ਨੇ ਜਿਨ੍ਹਾਂ ਦੇ ਵਿੱਚ ਸਿਆਸੀ ਆਗੂ ਵੀ ਹੁਣ ਆਣੇ ਸ਼ੁਰੂ ਹੋ ਗਏ ਨੇ, ਜੋ ਹੋਂਦ ਬਚਾਉਣ ਵਾਸਤੇ ਲੱਗੇ ਨੇ, ਇਹ ਮੋਰਚਿਆਂ ਦੀ ਹੋਂਦ ਤੁਹਾਨੂੰ ਕੀ ਲੱਗਦੀ ਹੈ? ਆਏ ਆ ਜੀ ਕਿ ਤੁਸੀਂ ਜਿਵੇਂ ਬਰਗਾੜੀ ਦੇ ਮੋਰਚੇ ਦੀ ਗੱਲ ਕੀਤੀ ਹੈ, ਹੋਰ ਆਪਾਂ ਨਾ ਦੋ ਮੁੱਖ ਜਿੱਤਾਂ ਸਿੱਖਾਂ ਨੇ ਕੀਤੀਆਂ ਆਪਦੀ ਇਤਿਹਾਸ ਦੇ ਵਿੱਚ। ਇੱਕ ਤਾਂ ਮਿਸਲ ਕਾਲ ਵੇਲੇ ਜਦੋਂ ਰਾਜ ਬਣ ਗਿਆ ਸਾਡਾ, ਦੂਜਾ ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਹੋਂਦ 'ਚ ਆਈ ਗੁਰਦੁਆਰਾ ਸੁਧਾਰ ਲਹਿਰ ਵੇਲੇ। ਦੋਵਾਂ ਦੇ ਵਿੱਚ ਨਾ ਇੱਕ ਕਾਮਨੈਲਿਟੀ ਸੀ ਜਿਹੜੀ ਇਸ ਸਮੇਂ ਹੈ ਨਹੀਂ ਗਈ ਸੀ, ਇਹਨਾਂ ਮੋਰਚਿਆਂ 'ਚ ਹੈ ਨਹੀਂ ਸੀ। ਉਹ ਇਹ ਸੀ ਕਿ ਬਹੁਤ ਲੰਬੇ ਸਮੇਂ ਤੱਕ ਇੱਕ ਲੋਕਾਂ ਦੇ ਵਿਚਾਰ ਇਕੱਠੇ ਕੀਤੇ ਗਏ, ਉਹਨਾਂ 'ਚ ਵਿਵੇਕ ਪੈਦਾ ਕੀਤਾ ਗਿਆ, ਕੰਸੈਂਸਸ ਬਣਿਆ। ਭਾਈ ਮਨੀ ਸਿੰਘ, ਜਿੱਥੇ ਇੱਕ ਪਾਸੇ ਨਵਾਬ ਕਪੂਰ ਸਿੰਘ ਹੋਰਾਂ ਨੇ ਤੁਹਾਨੂੰ ਜਥੇਬੰਦ ਕੀਤਾ, ਦੂਜੇ ਪਾਸੇ ਭਾਈ ਮਨੀ ਸਿੰਘ ਤੇ ਹੋਰ ਸਿੰਘਾਂ ਨੇ ਰਹਿਤਨਾਮੇ ਲਿਆ ਕੇ ਗੁਰਬਾਣੀ ਦਾ ਪ੍ਰਚਾਰ ਕਰਕੇ ਨਾਲ ਦੀ ਨਾਲ ਇੱਕ ਵਿਵੇਕ ਵੀ ਪੈਦਾ ਕੀਤਾ ਕੌਮ 'ਚ। ਠੀਕ ਹੈ ਨਾ ਜੀ। ਤਾਂ ਇਹ ਉਸ ਦੇ ਆਸਰੇ, ਉਹ ਜਿਹੜਾ ਵਿਵੇਕ ਤੇ ਸਿਦਕ ਪੈਦਾ ਕੀਤਾ, ਉਹਦੇ ਆਸਰੇ ਇਹ ਲੜ ਗਏ। ਇਸੇ ਤਰ੍ਹਾਂ ਗੁਰਦੁਆਰਾ ਸੁਧਾਰ ਲਹਿਰ ਚੱਲੀ ਆ, ਤਾਂ ਉਹਦੇ ਪਿੱਛੇ ਬਹੁਤ ਵੱਡੀ ਐਫਰਟ ਗੁਰੂ ਸਿੰਘ ਸਭਾ ਮੂਵਮੈਂਟ ਦੀ ਰਹੀ ਆ ਕਿ ਬਹੁਤ ਸਾਲ ਉਹ ਲੱਗੇ। ਮਤਲਬ ਇਹ ਨਹੀਂ ਕਿ ਵੀ ਇੱਕ ਦੋ ਦਿਨਾਂ 'ਚ ਹੀ ਹੋ ਗਿਆ। ਇਹ ਦੋ ਚੀਜ਼ਾਂ ਸੀ ਜਿਹੜਿਆਂ ਨੇ ਉਹ ਚਲਾਈਆਂ। ਦੂਜੀ ਗੱਲ ਉਹਨਾਂ ਦੀ, ਜੇ ਤੁਸੀਂ ਉਹਨਾਂ ਦਾ ਜਥੇਬੰਦਕ ਸਟਰਕਚਰ ਵੇਖੋ ਤਾਂ ਦੋਨੇ ਵੇਲੇ, ਠੀਕ ਆ, ਉਹ ਕੋਈ ਇੱਕ ਜਥੇਬੰਦੀ ਨਹੀਂ ਸੀ, ਉਹ ਨੰਬਰ ਆਫ ਪਲੇਸਿਸ ਤੇ ਲੋਕ। ਗੁਰਦੁਆਰਾ ਸੁਧਾਰ ਲਹਿਰ 'ਚ ਵੀ ਕੋਈ ਇਹ ਤਾਂ ਨਹੀਂ ਸੀ ਨਾ, ਨੈਚੁਰਲੀ ਇਵੋਲਵ ਹੋਏ ਜੱਥੇ ਸੀ। ਨੈਚੁਰਲੀ ਹਰ ਜਗ੍ਹਾ ਤੇ ਲੋਕ ਉੱਠ ਖੜੇ ਤੇ ਚੱਲ ਪਏ। ਆਪ ਮੁਹਾਰੇ ਕਹਿ ਲਓ ਜਾਂ ਇੱਕ ਕਲੈਕਟਿਵ ਕੌਨਸ਼ੀਅਸਨੈਸ ਕੌਮ ਦੀ ਕੰਮ ਕਰ ਰਹੀ ਸੀ, ਜਿਹੜੀ ਕਿ ਗੁਰੂ ਸਿੰਘ ਸਭਾ ਲਹਿਰ ਨੇ ਪੈਦਾ ਕਰਤੀ ਸੀ। ਅੱਜ ਇਹ ਜਦੋਂ ਆਪਣੇ ਹੁਣ ਮੋਰਚੇ ਬਾਅਦ ਦੇ ਕਈ ਲੱਗੇ, ਉਹਨਾਂ ਦੇ ਵਿੱਚ ਉਹ ਸਡਨ ਅਪਸਰਜ ਸੀ, ਪਰ ਉਹ ਤਿਆਰੀ ਨਹੀਂ ਸੀ ਪਿਛਲੀ ਜਿਹੜੀ ਬੌਧਿਕ ਤਿਆਰੀ ਕਰਦੇ ਆ ਨਾ। ਸਿੰਘ ਸਭਾ ਵੇਲੇ ਜੋ ਲਹਿਰ ਚੱਲੀ, ਜੋ ਬੌਧਿਕ ਤਿਆਰੀ ਉਸ ਵੇਲੇ ਤੁਸੀਂ ਕਹਿ ਰਹੇ ਹੋ ਕਿ ਹੋਈ ਹੈ, ਅੱਜ ਜੋ ਨਹੀਂ ਹੈ, ਉਸ ਦੀ ਅਗਰ ਅਸੀਂ ਗੱਲ ਕਰਦੇ ਹਾਂ ਤਾਂ ਅਗਰ ਅਸੀਂ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦਾ ਸਮਾਂ ਵੇਖਦੇ ਹਾਂ, ਅਗਰ ਉਹ ਉਧਰ ਨਜ਼ਰ ਮਾਰਦੇ ਹਾਂ, ਤੁਹਾਨੂੰ ਨਹੀਂ ਲੱਗਦਾ ਕਿ ਉਸ ਵੇਲੇ ਵੀ ਇਦਾਂ ਦੀ ਹੀ ਲਹਿਰ ਉੱਠਣੀ ਸ਼ੁਰੂ ਹੋਈ ਸੀ ਜੋ ਦਿੱਲੀ ਨੂੰ ਹੱਥਾਂ ਪੈਰਾਂ ਦੀ ਪਈ ਸੀ? ਤੇ ਅੱਜ ਉਸ ਸਮੇਂ ਤੋਂ ਬਾਅਦ ਹੁਣ ਜਿਹੜੀ ਪੰਜਾਬ ਦੀ ਨੌਜਵਾਨੀ, ਜਿਸ ਨੂੰ ਨਸ਼ੇੜੀ ਕਿਹਾ ਜਾਂਦਾ ਸੀਗਾ, ਉਹ ਨੌਜਵਾਨੀ ਮੋਰਚੇ ਲਾ ਕੇ ਗੱਡ ਕੇ ਝੰਡੇ ਬਹਿ ਗਈ ਹੈ ਕਿ ਨਹੀਂ, ਜਿਹੜੇ 3 ਆਰਡੀਨੈਂਸ ਪਾਸ ਕੀਤੇ ਨੇ, ਪਾਰਦ ਕੀਤੇ ਨੇ, ਉਹ ਪੰਜਾਬ ਨੂੰ ਵੇਚ ਕੇ ਨੇਸਤੋ ਨਾਬੂਦ ਕਰ ਦੇਣਗੇ, ਕਿਸਾਨੀ ਬਰਬਾਦ ਕਰ ਦੇਣਗੇ, ਜ਼ਮੀਨਾਂ ਤੇ ਕਬਜ਼ੇ ਹੋ ਜਾਣਗੇ। ਕਿਉਂਕਿ ਬਠਿੰਡੇ ਵਾਲਾ ਵੀ ਜਿਹੜਾ ਥਰਮਲ ਸੀਗਾ, ਉਹ ਵੀ 1 ਰੁਪਏ ਪਰ ਏਕੜ ਦੇ ਹਿਸਾਬ ਨਾਲ ਅੰਬਾਨੀਆਂ ਅੰਡਾਨੀਆਂ ਨੂੰ ਦੇ ਦਿੱਤਾ ਗਿਆ ਹੈ। 2200 ਏਕੜ ਜ਼ਮੀਨ ਹੈ ਜਿਹਦਾ ਸੌਦਾ ਹੋ ਚੁੱਕਿਆ ਹੈ। ਠੀਕ ਹੈ ਜੀ। ਹੁਣ ਅਗਰ ਅਸੀਂ ਕਿਸਾਨੀ ਨੂੰ ਬਚਾਉਣ ਦੀ ਗੱਲ ਕਰਦੇ ਹਾਂ, ਨੌਜਵਾਨੀ ਦੀ ਹੋਂਦ ਸਾਫ਼ ਕਰਨ ਦੀ ਗੱਲ ਕਰਦੇ ਹਾਂ, ਕਿਉਂਕਿ ਬਹੁਤ ਅਕਸ ਵਿਗਾੜ ਦਿੱਤਾ ਹੈ, ਉਸ ਨੂੰ ਅਸੀਂ ਕਿੱਦਾਂ ਸਾਂਭਣਾ ਆ, ਉਸ ਨੂੰ ਅਸੀਂ ਕਿੱਦਾਂ ਬਚਾਉਣਾ ਆ। ਸਭ ਤੋਂ ਵੱਡੀ ਚੀਜ਼ ਹੈ ਕਿ ਕਿਸਾਨ ਜਿਹਦੇ ਉੱਤੇ ਕਰਜ਼ਾ ਵੀ ਹੈ, ਜਿਹਨੇ ਮਿੱਟੀ ਨਾਲ ਮਿੱਟੀ ਵੀ ਹੋਣਾ ਹੈ, ਜਿਹੜਾ ਮੋਰਚਿਆਂ ਦੇ ਵਿੱਚ ਵੀ ਖੜਿਆ ਹੈ, ਕਿਉਂਕਿ ਵੱਡਾ ਕਿਸਾਨ ਜਿਹੜਾ ਹੈਗਾ ਉਹਨੂੰ ਤਾਂ ਕੋਈ ਫਰਕ ਨਹੀਂ ਪੈਂਦਾ। ਜਿਹਦੇ ਕੋਲ 100 ਏਕੜ ਜ਼ਮੀਨ ਹੈਗੀ ਆ, 50 ਏਕੜ ਜ਼ਮੀਨ ਹੈ, ਉਹਨੂੰ ਸ਼ਾਇਦ ਇੰਨਾ ਫਰਕ ਨਹੀਂ ਨਾ, ਉਹਨਾਂ ਨੂੰ ਤੁਸੀਂ ਮੋਰਚਿਆਂ 'ਤੇ ਦੇਖੋਗੇ। ਤੇ ਪੀਲੀ ਪੱਤਰਕਾਰੀ ਕਰਨ ਵਾਲੇ ਵੀ ਅਜਿਹੇ ਨੇ ਕਿ ਗਰੀਬ ਕਿਸਾਨ ਜਿਹਦੇ ਕੋਲ 2-4 ਏਕੜ ਜ਼ਮੀਨ ਹੈ, ਜਿਹੜਾ ਵਿਚਾਰਾ ਪੜ੍ਹਿਆ ਲਿਖਿਆ ਵੀ ਨਹੀਂ, ਉਹਦੇ ਮੂੰਹ 'ਚ ਉਂਗਲਾਂ ਪਾ ਕੇ ਕੱਢਣ ਦੀ ਕੋਸ਼ਿਸ਼ ਕਰਦੇ ਨੇ ਕਿ ਭਾਈ ਆਰਡੀਨੈਂਸ ਕਿਹੜੇ ਨੇ, ਆਰਡੀਨੈਂਸ ਦਾ ਨਾਮ ਕੀ ਹੈ, ਤੁਹਾਨੂੰ ਨੁਕਸਾਨ ਕੀ ਨੇ, ਫਾਇਦੇ। ਉਹ ਵਿਚਾਰੇ ਹੱਥ ਖੜਾ ਕਰ ਦਿੰਦੇ ਨੇ, ਨਹੀਂ ਭਾਈ ਸਾਨੂੰ ਤਾਂ ਪਤਾ ਨਹੀਂ ਹੈਗਾ, ਇੰਨਾ ਪਤਾ ਹੈ ਕਿ ਇਹ ਸਾਡਾ ਨੁਕਸਾਨ ਕਰਨਗੇ। ਅਜਿਹੀ ਪੱਤਰਕਾਰੀ, ਨੌਜਵਾਨੀ, 3 ਸਵਾਲ ਤੁਹਾਨੂੰ ਪੁੱਛੇ ਨੇ, ਤਿੰਨਾਂ ਦੇ ਮੈਂ ਜਵਾਬ ਚਾਹਾਂਗਾ ਕਿ ਤੁਸੀਂ ਕੀ ਸੋਚਦੇ ਹੋ ਕਿ ਨੌਜਵਾਨੀ, ਸਾਡੀ ਕਿਸਾਨੀ ਤੇ ਪੀਲੀ ਪੱਤਰਕਾਰੀ, ਇਹ ਤਿੰਨੋਂ ਜਦੋਂ ਤੱਕ ਸਿਰ ਨਹੀਂ ਜੋੜਦੇ ਉਦੋਂ ਤੱਕ ਅਜਿਹੇ ਮੋਰਚੇ ਕਾਮਯਾਬ ਹੋ ਸਕਦੇ ਨੇ? ਦੇਖੋ ਜੀ, ਆਏ ਆ ਕਿ ਇੱਕ ਤੁਹਾਨੂੰ ਟੈਕਟੀਕਲ ਆਪਣਾ ਵਿਕਟਰੀ ਮਿਲ ਸਕਦੀ ਹੈ, ਕੁਝ ਸੋਧਾਂ ਹੋ ਸਕਦੀਆਂ, ਹੋ ਸਕਦਾ
ਕੋਈ ਸਸਪੈਂਸ਼ਨ ਹੋ ਜੇ ਇਹਨਾਂ ਕਾਨੂੰਨਾਂ 'ਚ ਕਿ ਵੀ ਇੰਨੀ ਦੇਰ ਨਹੀਂ ਲੱਗਣੇ। ਪਰ ਜੇ ਤੁਸੀਂ ਕੁਝ ਸੋਚੋ ਕਿ ਕੋਈ ਸਥਾਈ ਹੱਲ ਇੰਨੀ ਜਲਦੀ ਮਿਲ ਜੂ, ਤੁਹਾਨੂੰ ਨਹੀਂ ਮਿਲੂਗਾ। ਇਹੀ ਗੱਲ ਅਸੀਂ ਇਸ ਸ਼ੰਭੂ ਮੋਰਚੇ ਤੋਂ ਕਰ ਰਹੇ ਹਾਂ ਕਿ ਵੀ ਇਹ ਸਥਾਈ ਹੱਲ ਲੈਣ ਵਾਸਤੇ ਸਾਨੂੰ ਪਹਿਲਾਂ ਆਪਦੇ ਲੋਕਾਂ ਦੇ ਵਿੱਚ ਇੱਕ ਨੈਰੇਟਿਵ ਸਿਰਜਣਾ ਪਊਗਾ, ਉਹਨਾਂ ਨੂੰ ਉਸ ਵਿਵੇਕ ਤੇ ਉਸ ਸਿਦਕ ਵਾਸਤੇ ਤਿਆਰ ਕਰਨਾ ਪਊਗਾ ਜਿਹਦੇ ਨਾਲ ਇੱਕ ਲੰਬੀ ਵੱਡੀ ਲਾਮਬੰਦੀ ਹੋ ਸਕੇ ਤੇ ਅਸੀਂ ਆਪਦੇ ਫੈਸਲੇ ਖੁਦ ਕਰਨ ਦੀ ਤਾਕਤ ਇਖਤਿਆਰ ਕਰ ਸਕੀਏ ਜਾਂ ਸਾਨੂੰ ਅਲਾਉ ਹੋ ਜੇ ਉਹ ਫੈਸਲੇ ਕਰਨੇ। ਤੇ ਉਹਦੇ ਵਾਸਤੇ ਸੰਘਰਸ਼ ਕਰਨਾ ਪਊ। ਇਹ ਨਹੀਂ ਕਿ ਆ ਕੇ ਪਲੇਟ 'ਚ ਕੋਈ ਰੱਖ ਜੂਗਾ ਤੁਹਾਨੂੰ ਕਿ ਵੀ ਅੱਜ ਤੋਂ ਤੁਸੀਂ ਆਪਦੇ ਫੈਸਲੇ ਆਪ ਕਰੋਗੇ ਹੈ। ਤੇ ਉਹਦੇ ਵਾਸਤੇ ਲੋਕਾਂ ਨੂੰ ਵੀ ਪ੍ਰਿਪੇਅਰ ਕਰਨਾ ਪਊਗਾ, ਰਿਸਪੌਂਸਿਬਲ ਵੀ ਹੋਣਾ ਪਊਗਾ ਆਪਾਂ ਨੂੰ, ਤੇ ਹੱਕ ਵੀ ਮੰਗਣਾ ਪਊਗਾ। ਜਦੋਂ ਉਹ ਇਹ ਲੜਾਈ ਕੋਈ ਐਂ ਛੋਟੀ ਨਹੀਂ, ਮਤਲਬ ਇਹ ਮੈਕਡੋਨਲਡ ਦਾ 버ਗਰ ਨਹੀਂਗਾ ਹੈ ਨਾ, ਇਹ ਤਾਂ ਹਾਰੇ ਦੀ ਦਾਲ ਆ ਹੈ। ਇਹ ਉਹਨਾਂ ਸਮਾਂ ਲਊਗੀ, ਲੋਕਾਂ 'ਚ ਇਹ ਗੱਲ ਫੈਲੂਗੀ। ਮੋਰਚੇ ਦਾ ਸਾਨੂੰ ਇਹ ਫਾਇਦਾ ਹੈ, ਜਾਂ ਇਹ ਕਹਿ ਸਕਦੇ ਹਾਂ ਕਿ ਲੋਕੀ ਇੱਥੇ ਜਿਹੜੇ ਸੁਣ ਕੇ ਜਾਂਦੇ ਆ ਉਹ ਸਮਝਦੇ ਆ ਇਸ ਗੱਲ ਨੂੰ। ਪਰ ਇੰਨੇ ਕੁ ਨਾਲ ਵੀ ਨਹੀਂ ਕੁਝ ਹੋਣਾ। ਇਹ ਟੋਟਲ ਇਹ ਪਰਸੈਂਟੇਜ ਕਿੰਨੀ ਹੋਊਗੀ ਸਾਰੇ ਮੋਰਚਿਆਂ 'ਤੇ? ਕੁਝ ਸਾਰੇ ਮੋਰਚਿਆਂ 'ਤੇ ਤਾਂ ਇਹ ਗੱਲ ਹੋ ਵੀ ਨਹੀਂ ਰਹੀ, ਪਰ ਜੇ ਆਪਾਂ ਲਾ ਵੀ ਲਈਏ ਤਾਂ ਵੀ 60-70 ਹਜ਼ਾਰ ਲੋਕਾਂ ਨੂੰ ਆਪਾਂ ਸੁਣਾ ਦਾਂਗੇ ਵਿਦ ਵੇਰੀਅਸ ਮੈਥਡਸ ਨਾਲ। ਬਟ ਐਡੀ ਵੱਡੀ ਆਬਾਦੀ ਦੇ ਵਿੱਚ ਤਾਂ ਤੁਹਾਨੂੰ ਇੱਥੋਂ ਮੋਰਚਿਆਂ ਤੋਂ ਬਾਅਦ ਨਿਕਲਣਾ ਪਊਗਾ, ਪਿੰਡਾਂ 'ਚ ਤੁਰਨਾ ਪਊਗਾ। ਜਿਵੇਂ ਸਿੰਘ ਸਭਾ ਲਹਿਰ ਵੇਲੇ ਲੋਕ ਤੁਰੇ ਸੀ, ਉਹ ਜਗ੍ਹਾ ਜਗ੍ਹਾ ਗਏ, ਉਹਨਾਂ ਨੇ ਸਮਝਾਇਆ। ਠੀਕ ਆ, ਉਹਨਾਂ ਦਿਨਾਂ 'ਚ ਹਲੇ ਟੈਕਨੋਲੋਜੀ ਦੀ ਐਡਵਾਂਟੇਜ ਨਹੀਂ ਸੀ, ਸਾਨੂੰ ਟੈਕਨੋਲੋਜੀ ਦੀ ਐਡਵਾਂਟੇਜ ਆ, ਆਪਾਂ ਫਾਸਟਰ ਪਹੁੰਚਾ ਸਕਦੇ ਹਾਂ ਗੱਲ ਨੂੰ। ਹੁਣ ਪੱਤਰਕਾਰੀ ਵੀ ਤੁਸੀਂ ਵੇਖਿਓ, ਲੋਕਾਂ ਨੇ ਉਹ ਵਖਰੇਵਾਂ ਹੌਲੀ ਹੌਲੀ ਕਰਨ ਲੱਗ ਜਾਣਾ। ਉਹ ਸਮਝ ਜਾਣਗੇ ਕਿ ਇਹ ਪੱਤਰਕਾਰ ਕਿੰਝ ਹੈ। ਠੀਕ ਹੈ ਜੀ। ਤੇ ਦੂਜਾ ਕਿੰਝ ਆ, ਅਸੀਂ ਜਦੋਂ ਪਹਿਲੇ ਦਿਨ ਇੱਥੇ 25 ਤਰੀਕ ਨੂੰ ਧਰਨਾ ਲਾਇਆ ਸੀ ਤਾਂ ਉਹ ਇੱਕ ਆਜ ਤੱਕ ਦੀ ਪੱਤਰਕਾਰ ਸੀ, ਉਹਨੇ ਮੈਨੂੰ ਸਵਾਲ ਪੁੱਛਣੇ ਸ਼ੁਰੂ ਕਰਤੇ ਤੇ ਮੈਂ ਉਹਨੂੰ ਰਿਪਲਾਈ ਕਰਨੀ ਸ਼ੁਰੂ ਕਰਤੀ। ਉਹਨੇ ਉਹ ਛੋੜ ਦਿਆ ਕਿ ਇਹ ਤਾਂ ਐਜੂਕੇਟਡ ਲੋਕ ਵੀ ਬਣੇ ਬੈਠੇ ਹੈ ਕਿਸਾਨ। ਮੈਂ ਕਿਹਾ ਵੀ ਕਿਉਂ, ਕਿਸਾਨ ਹੀ ਆ, ਹੈ ਤਾਂ ਕਿਸਾਨ ਹੀ ਬਿਲਕੁਲ। ਉਹ ਚੁਣਦੇ ਆਏ ਆ ਬਿਕੋਜ਼ ਉਹਨਾਂ ਨੂੰ ਉੱਤੋਂ ਉਹਨਾਂ ਦਾ ਕੰਮ ਹੀ ਇਹ ਹੈ ਕਿ ਉਹਨਾਂ ਨੇ ਉਹ ਚੁਣਨੇ ਆ ਤੇ ਇਹ ਸ਼ੋਅ ਕਰਨਾ ਕਿ ਇਹਨਾਂ ਨੂੰ ਪਤਾ ਨਹੀਂ, ਇਹ ਗੁੰਮਰਾਹ ਕੀਤੇ ਗਏ ਆ। ਇਹ ਗੁੰਮਰਾਹ ਵਾਲੀ ਗੱਲ ਨਹੀਂ। ਮੇਰੀ ਸਮਝ ਜਿਹੜੀ ਆ, ਮੇਰੇ ਨਾਲੋਂ ਕੋਈ ਹਾਈ ਕੋਰਟ ਦੇ ਲਾਇਰਸ ਹੋਣਗੇ, ਉਹਨਾਂ ਨੂੰ ਬਿਹਤਰ ਸਮਝ ਹੋਊਗੀ, ਐਗਰੀਕਲਚਰ ਐਕਸਪਰਟਸ ਹੋਣਗੇ, ਉਹਨਾਂ ਨੂੰ ਬਿਹਤਰ ਸਮਝ ਹੋਊਗੀ। ਮੈਨੂੰ ਇੰਨੀ ਕੁ ਸਮਝ ਆ ਕਿ ਵੀ ਆਹ ਫਰੇਮਵਰਕ ਦੇ ਵਿੱਚ ਇਹ ਮਾੜਾ ਹੈ। ਕਿਸੇ ਹੋਰ ਨੂੰ ਘੱਟ ਸਮਝ ਹੋ ਸਕਦੀ ਹੈ, ਵੱਧ ਸਮਝ ਹੋ ਸਕਦੀ ਹੈ, ਪਰ ਇਹ ਤਾਂ ਪਤਾ ਹੈ ਨਾ ਵੀ ਇਹ ਗਲਤ ਆ। ਸ਼ਾਰਟ ਦੇ ਵਿੱਚ ਮੈਂ ਜ਼ਰੂਰ ਚਾਹਾਂਗਾ, ਕਿਉਂਕਿ ਹਰ ਕਿਸੇ ਨੇ ਬਹੁਤ ਵਧੀਆ ਤਰੀਕੇ ਨਾਲ ਐਕਸਪਲੇਨ ਕੀਤਾ ਕਿ ਇਹ 3 ਆਰਡੀਨੈਂਸ ਕਿੱਦਾਂ ਕਿਸਾਨਾਂ ਵਾਸਤੇ ਮਾੜੇ ਨੇ। ਪਰ ਮੈਂ ਸਿੰਘ ਸਾਹਿਬ ਨੂੰ ਰਿਕੁਐਸਟ ਇਹ ਜ਼ਰੂਰ ਕਰਾਂਗਾ ਕਿ ਤੁਸੀਂ ਇੱਕ ਵਾਰ ਸੰਗਤ ਨੂੰ ਬਹੁਤ ਸ਼ਾਰਟ ਜੇ ਉਸ ਦੇ ਵਿੱਚ ਦੱਸੋ ਕਿ ਕੀ ਹੈ ਇਹਨਾਂ ਆਰਡੀਨੈਂਸ ਦੇ ਵਿੱਚ ਤੇ ਕਿੱਦਾਂ ਇਹ ਬਰਬਾਦੀ ਕਰਨਗੇ। ਤੇ ਜੇਕਰ ਸਰਕਾਰਾਂ ਚਾਹੁੰਦੀਆਂ ਕਿਸਾਨਾਂ ਨੂੰ ਮੰਦੀ ਤੋਂ ਬਚਾਉਣਾ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਤਾਂ ਬਹੁਤ ਪਹਿਲਾਂ ਦੀ ਲਾਗੂ ਕਰ ਸਕਦੇ ਨੇ ਸੀ, ਅਗਰ ਚਾਹੁੰਦੇ ਇਹ ਕਿਸਾਨਾਂ ਨੂੰ ਇੱਕ ਚੰਗੀ ਜ਼ਿੰਦਗੀ ਦੇਣਾ, ਪਰ ਉਹ ਇਹਨਾਂ ਦੀ ਕਦੀ ਮਨਸ਼ਾ ਰਹੀ ਹੀ ਨਹੀਂ। ਪਰ ਇਹ ਆਰਡੀਨੈਂਸ ਕਿੱਦਾਂ ਘਾਤਕ ਨੇ, ਕਿਉਂ ਸਾਨੂੰ ਸਾਰਿਆਂ ਨੂੰ, ਸਿਰਫ ਕਿਸਾਨਾਂ ਨੂੰ ਨਹੀਂ, ਪੰਜਾਬ ਦੇ ਜਨ ਨੂੰ ਸੜਕਾਂ ਉੱਤੇ ਇਸ ਦੇ ਖਿਲਾਫ ਉਤਰਨਾ ਚਾਹੀਦਾ ਹੈ। ਵੈਸੇ ਤਾਂ ਜੀ ਜਿਹੜੇ ਇਹ ਕਾਨੂੰਨ ਬਣ ਗਏ ਆ ਹੁਣ, ਇਹ ਕਾਨੂੰਨ ਇਕੱਲੇ ਪੰਜਾਬ ਦੇ ਕਿਸਾਨਾਂ ਵਾਸਤੇ ਮਾੜੇ ਨਹੀਂ, ਇਹ ਇੰਡੀਅਨ ਪਬਲਿਕ ਜਨਰਲੀ ਵਾਸਤੇ ਵੀ ਮਾੜੇ ਆ। ਜਿਹੜੇ ਜਦੋਂ ਤੁਸੀਂ ਅਸੈਂਸ਼ੀਅਲ ਕਮੋਡਿਟੀਜ਼ ਐਕਟ ਚੱਕਤਾ ਤੇ ਉਹਦੇ ਵਿੱਚ ਇਹ ਕਹਿਤਾ ਕਿ ਬਈ ਤੁਸੀਂ ਜਿੰਨੀ ਮਰਜ਼ੀ ਹੋਰਡਿੰਗ ਕਰ ਸਕਦੇ ਹੋ, ਜਿੰਨਾ ਮਰਜ਼ੀ ਸਮਾਨ ਇਕੱਠਾ ਕਰ ਸਕਦੇ ਹੋ, ਤੇ ਉਹ ਤੁਸੀਂ ਜਦੋਂ ਵੀ ਭਾਅ ਵਧਣਗੇ ਤਾਂ ਉਦੋਂ ਵੇਚਣਗੇ ਉਹ, ਜਾਂ ਪਬਲਿਕ ਤੋਂ ਖਿੱਚ ਲੈਣਗੇ ਤੇ ਉਹ ਭਾਅ ਵਧਾਉਣਗੇ ਫੇਰ ਵੇਚਣਗੇ। ਇੰਟਰਸਟਿੰਗ ਗੱਲ ਹੋਰ ਆ ਜੀ, ਇੱਕ ਉਹਦੇ 'ਚ ਮਾਈਨਰ ਜਾਂ ਇੱਕ ਕਲੌਜ਼ ਹੋਰ ਆ ਕਿ ਇੱਕ ਪਾਇਆ ਨਾ ਕਿ ਵੀ ਇੰਨਾ ਭਾਅ ਵੱਧ ਗਿਆ ਤਾਂ ਜੀ ਹੋਰਡਿੰਗ ਖੋਲ੍ਹਣੀ ਪਊਗੀ, ਪਰ ਉਹਦੇ ਨਾਲ ਇੱਕ ਕਲੌਜ਼ ਨਿੱਕਾ ਜਿਹਾ ਹੋਰ ਪਾਤਾ। ਉਹ ਇਹ ਪਾਤਾ ਕਿ ਜਿਹੜੀਆਂ ਵੈਲਿਊ ਚੇਨ ਦੇ ਵਿੱਚ ਕੰਪਨੀਜ਼ ਆ, ਜਿਹੜੀਆਂ ਮਤਲਬ ਫੋਰ ਐਗਜ਼ਾਮਪਲ ਟੋਮੈਟੋ ਸੌਸ ਬਣਾ ਰਹੀਆਂ ਜਾਂ ਆਪਣਾ ਉਹਦਾ ਪਿਆਜ਼ ਦਾ ਪਾਊਡਰ ਬਣਾ ਰਹੀਆਂ ਜਾਂ ਉਹਨੂੰ ਪਿਊਰੀਜ਼ ਬਣਾ ਰਹੀਆਂ, ਉਹਨਾਂ ਨੂੰ ਤੇ ਨਹੀਂ ਲਾਗੂ ਹੋਊਗਾ ਕਾਨੂੰਨ। ਉਹ ਜੇ ਉਹਨਾਂ ਨੇ ਸਟਾਕ ਕਰ ਰਿਹਾ ਸਾਰਾ ਤੁਹਾਡਾ, ਠੀਕ ਹੈ। ਨਾਟ ਓਨਲੀ ਦੈਟ, ਐਕਸਪੋਰਟ ਫਰਮਸ 'ਤੇ ਨਹੀਂ ਲਾਗੂ ਹੋਊਗਾ। ਸੋ ਜਿਹੜਾ ਗੁੱਡ ਕੁਆਲਿਟੀ ਮਟੀਰੀਅਲ ਹੋਊਗਾ ਉਹ ਯੂਰਪੀਅਨ ਮਾਰਕੀਟ ਨੂੰ ਜਾਂਦਾ ਰਹੂਗਾ ਜਾਂ ਅਮੀਰ ਮਾਰਕੀਟਾਂ ਨੂੰ ਜਾਂਦਾ ਰਹੂਗਾ। ਸਾਡੇ ਬੰਦੇ ਨੂੰ ਤਾਂ ਖਾਣਾ ਹੀ ਨਹੀਂ ਚੰਗਾ ਮਿਲੂ। ਸੋ ਇਟ ਇਜ਼ ਨਾਟ ਓਨਲੀ ਹਾਰਮਫੁਲ ਇਨ ਮੋਨਿਟਰੀ ਟਰਮਸ ਟੂ ਇੰਡੀਅਨ ਪੋਪੂਲੇਸ਼ਨ ਇਨ ਜਨਰਲ, ਠੀਕ ਹੈ। ਅਮੀਰ ਬੰਦਾ ਫੇਰ ਖਾਊਗਾ, ਗਰੀਬ ਦੇ ਪੱਲੇ ਕੁਛ ਨਹੀਂ ਪਊਗਾ, ਖਾਣਾ ਵੀ ਮਾੜਾ ਹੋ ਜੂ ਉਹਦਾ, ਉਹਨੂੰ ਖਾਣਾ ਵੀ ਮਾੜਾ ਮਿਲਿਆ ਕਰੂ, ਉਹਨੂੰ ਮਹਿੰਗਾ ਵੀ ਮਿਲਿਆ ਕਰੂ। ਤਾਂ ਜੇ ਉਹਦੀਆਂ ਤਨਖਾਹਾਂ ਵੱਧ ਜਾਂਦੀਆਂ ਜਾਂ ਉਹ ਕੁਛ ਕਰਦੇ, ਉਹ ਸਰਪਲਸ ਨਹੀਂ ਕ੍ਰੀਏਟ ਕਰ ਸਕੂ, ਉਹ ਲੇਬਰ ਹੀ ਰਹੂਗਾ ਇਹਨਾਂ ਸਨਅਤਕਾਰਾਂ ਦੀ। ਸੋ ਇੱਕ ਤਾਂ ਇਹ ਡੈਮੇਜ ਹੈ ਜਿਹੜਾ ਕਿ ਲਾਰਜ ਸਕੇਲ 'ਤੇ ਹਿੰਦੁਸਤਾਨ ਦੀ ਪਬਲਿਕ ਸਮਝ ਹੀ ਨਹੀਂ ਰਹੀ। ਨਹੀਂ ਤਾਂ ਉਹਨਾਂ ਨੂੰ ਵੀ ਆਪਣੇ ਨਾਲ ਧਰਨਿਆਂ 'ਚ ਸ਼ਾਮਲ ਹੋਣਾ ਚਾਹੀਦਾ ਸੀ, ਉਹਨਾਂ ਨੂੰ ਵੀ ਉੱਠ ਕੇ ਆਉਣਾ ਚਾਹੀਦਾ ਸੀ। ਚੰਡੀਗੜ੍ਹ ਦੇ ਲੋਕਾਂ ਨੂੰ, ਲੁਧਿਆਣੇ ਦੇ ਲੋਕਾਂ ਨੂੰ, ਅੰਬਾਲੇ ਦੇ ਲੋਕਾਂ ਨੂੰ ਆਪਣਾ ਸਾਥ ਦੇਣਾ ਚਾਹੀਦਾ ਇਹਦੇ 'ਚ ਕਿ ਭਾਈ ਆਹ ਕੀ ਧੱਕਾ ਕਰ ਰਹੇ ਹੋ, ਠੀਕ ਹੈ ਜੀ। ਪਰ ਉਹ ਨਹੀਂ ਜਾਗਰੂਕ ਹੈਗੇ। ਕਿਸਾਨ ਜਾਗਰੂਕ ਹੈਗਾ, ਕਿਸਾਨ ਸਮਝਦਾ। ਤੇ ਉਹਦੇ ਵਿੱਚ ਕਿਵੇਂ ਬੁਰਾਈ ਹੈ ਕਿ ਜਿਹੜੇ ਕੰਟਰੈਕਟ ਲਾਜ਼ ਆ, ਕੰਟਰੈਕਟ ਲਾਜ਼ ਜਿਹੜੇ ਆ ਉਹ ਤੁਹਾਡੇ ਤੋਂ ਬੜੀਆਂ ਰਾਈਟਸ ਖੋਹ ਲੈਂਦੇ ਹੈਗੇ ਆ ਜੀ। ਉਹਦੇ ਨਾਲ ਤੁਸੀਂ ਕੀ ਬੀਜਣਾ ਹੈ, ਉਹਦੇ 'ਚ ਜੇ ਕੋਈ ਤੁਸੀਂ ਕੰਟੈਸਟ ਕਰਨਾ ਹੈ, ਕੋਈ ਰੈਗੂਲੇਟਰੀ ਫਰੇਮਵਰਕ ਨਹੀਂ ਕਿ SDM ਦੇ ਕੋਲੇ
ਤੁਸੀਂ ਜਾ ਸਕਦੇ ਹੋ। ਜੇ ਐਸਡੀਐਮ ਦੇ ਤੁਹਾਡੇ ਉਲਟ ਫੈਸਲਾ ਹੋ ਜਾਂਦਾ ਤਾਂ ਤੁਸੀਂ ਅਦਾਲਤ 'ਚ ਨਹੀਂ ਜਾ ਸਕਦੇ। ਤੇ ਹਾਲਾਂਕਿ ਜੁਡੀਸ਼ਰੀ ਵੀ ਮਤਲਬ ਟਿੰਜ ਰੱਖਦੀ ਹੁੰਦੀ ਆ, ਉਸ ਫਲੇਵਰ ਰੱਖਦੀ ਹੁੰਦੀ ਆ ਡੋਮੀਨੇਟ ਧਿਰ ਦੀ, ਪਰ ਫਿਰ ਵੀ ਜੁਡੀਸ਼ਰੀ ਤੋਂ ਇੱਕ ਆਸ ਹੁੰਦੀ ਹੈ ਕਿ ਵੀ ਕੋਈ ਨਾ ਕੁਛ ਨਿਆਂ ਮਿਲ ਜੂਗਾ, ਪਰ ਉਹ ਵੀ ਨਹੀਂ ਜਾ ਸਕਦੇ, ਉਹ ਵੀ ਰਸਤਾ ਰੋਕਤਾ। ਤਾਂ ਇਹ ਤਾਂ ਪੁਰਾਣਾ ਜ਼ਮੀਂਦਾਰਾ ਸਿਸਟਮ ਆ ਗਿਆ, ਜਦੋਂ ਨੀਲ ਦੀ ਖੇਤੀ ਅੰਗਰੇਜ਼ ਕਰਾਉਂਦੇ ਹੁੰਦੇ ਸੀ। ਤਾਂ ਮੋਟੇ ਤੌਰ ਤੇ ਇਹ ਡੈਮੇਜਿੰਗ ਆ। ਉਹਨਾਂ ਦੀ ਜਿਹੜੀ ਅੱਖ ਆ ਉਹ ਇਹ ਆ ਕਿ ਵੀ ਅਸੀਂ ਲਾਰਜ ਫਾਰਮਸ ਬਣਾ ਲਈਏ, ਇਹਨਾਂ ਤੋਂ ਸਾਰਾ ਕੁਝ ਲੈ ਲਈਏ ਤੇ ਹੌਲੀ ਹੌਲੀ ਆਪਾਂ ਆਪਦੀ ਮਲਕੀਅਤ ਹੀ ਛੱਡ ਦਾਂਗੇ। ਆਪਾਂ ਕਹਾਂਗੇ ਯਾਰ ਜ਼ਮੀਨ ਦੇ ਚੱਕਰ 'ਚੋਂ ਹੀ ਨਿਕਲੋ ਬਾਹਰ। ਅਗਰ 70-80 ਦੀ ਗੱਲ ਕੀਤੀ ਜਾਵੇ ਤਾਂ ਉਸ ਸਮੇਂ ਦੇ ਵਿੱਚ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੇ ਵੀ ਆਨੰਦਪੁਰ ਦੇ ਮਤੇ ਦੀ ਗੱਲ ਕਹੀ ਸੀ। ਅੱਜ ਦੇ ਜ਼ਮਾਨੇ ਦੇ ਵਿੱਚ ਆ ਕੇ ਮੁੜ ਹਰ ਕਿਸੇ ਦੀ ਜ਼ਿਹਨ ਦੇ ਵਿੱਚ, ਹਰ ਕਿਸੇ ਦੀ ਜ਼ੁਬਾਨ ਤੇ ਇੱਕੋ ਹੀ ਚੀਜ਼ ਹੈ ਕਿ ਮੁੜ ਤੋਂ ਉਹੀ ਮੰਗਾਂ ਖੁਦ ਮੁਖਤਿਆਰੀ ਦੀਆਂ ਉੱਠਣੀਆਂ ਸ਼ੁਰੂ ਹੋਈਆਂ ਨੇ। ਉਦੋਂ ਅਗਰ ਸਾਰੇ ਪੰਜਾਬ ਦੀ ਆਵਾਮ ਨੇ ਸਾਥ ਦਿੱਤਾ ਹੁੰਦਾ, ਅਗਰ ਉਦੋਂ ਉਹਨਾਂ ਚੀਜ਼ਾਂ ਨੂੰ ਸਮਝਿਆ ਹੁੰਦਾ ਕਿ ਕਿਉਂਕਿ ਉਦੋਂ ਵੀ ਪ੍ਰਚਾਰ ਬਹੁਤ ਹੁਣ ਤਾਂ ਸੋਸ਼ਲ ਮੀਡੀਆ ਉਦੋਂ ਕੂੜ ਪ੍ਰਚਾਰ ਬਹੁਤ ਕੀਤਾ ਗਿਆ ਸੀ ਉਹਨਾਂ ਮੰਗਾਂ ਨੂੰ ਲੈ ਕੇ ਕਿ ਹਿੰਦੂ ਕਮਿਊਨਿਟੀ ਦੇ ਬਹੁਤ ਅਗੇਂਸਟ ਹੈ, ਬਾਕੀ ਧਰਮਾਂ ਦੇ ਬਹੁਤ ਅਗੇਂਸਟ ਹੈ, ਸਿਰਫ ਸਿੱਖ ਕਮਿਊਨਿਟੀ ਵਾਸਤੇ, ਜਦ ਕਿ ਦੁਨੀਆ ਜਾਣਦੀ ਹੈ ਕਿ ਉਸ ਦੇ ਵਿੱਚ ਸਿੱਖ ਕਮਿਊਨਿਟੀ ਵਾਸਤੇ ਸਭ ਤੋਂ ਘੱਟ ਸੀ, ਸ਼ਾਇਦ ਗੈਰ ਧਰਮਾਂ ਵਾਸਤੇ ਬਹੁਤ ਕੁਝ ਸੀਗਾ। ਤੇ ਅੱਜ ਵੀ ਉਹ ਅਨੰਦਪੁਰ ਦਾ ਮਤਾ ਪਿਆ ਹੋਇਆ ਹੈ, ਸੋਸ਼ਲ ਮੀਡੀਆ ਉੱਤੇ ਤੁਸੀਂ ਪੜ੍ਹ ਸਕਦੇ ਹੋ। ਪਰ ਅੱਜ ਅਗਰ ਅਸੀਂ ਗੱਲ ਕਰਦੇ ਹਾਂ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੀ, ਆਨੰਦਪੁਰ ਦੇ ਮਤੇ ਦੀ, ਅਗਰ ਅਸੀਂ ਗੱਲ ਕਰਦੇ ਹਾਂ ਖਾਲਿਸਤਾਨ ਦੀ, ਖਾਲਸਾ ਰਾਜ ਦੀ, ਤਾਂ ਸਾਡੇ ਉੱਤੇ ਤਲਵਾਰ ਸਰਕਾਰ ਦੀ ਲਟਕੀ ਹੁੰਦੀ ਹੈ। ਸਾਨੂੰ ਨਹੀਂ ਪਤਾ ਕਦੋਂ ਯੁਆਪਾ ਲਾ ਕੇ ਕਿਹਨੂੰ ਚੱਕ ਕੇ ਠੋਕ ਦੇਣਗੇ। ਸੜਕ ਉੱਤੇ ਜਾਂਦੇ ਹੋਏ ਨੌਜਵਾਨ ਖਾਲਿਸਤਾਨ ਜ਼ਿੰਦਾਬਾਦ ਨਹੀਂ ਕਹਿ ਸਕਦੇ। ਪਰ ਅਗਰ ਅਸੀਂ ਇੰਡੀਅਨ ਕਨਸਟੀਟਿਊਸ਼ਨ ਦੀ ਗੱਲ ਕਰਦੇ ਹਾਂ ਤਾਂ ਉਸ ਦੇ ਵਿੱਚ ਵੀ ਕਿਤੇ ਖਾਲਿਸਤਾਨ ਨਹੀਂ ਹੈਗਾ, ਉਸ ਦੇ ਵਿੱਚ ਕਿਤੇ ਹਿੰਦੁਸਤਾਨ ਵੀ ਨਹੀਂ ਹੈਗਾ। ਹਿੰਦੁਸਤਾਨ ਦੇ ਆਪ ਮੁਹਾਰੇ ਸਾਰੇ ਦੇ ਸਾਰੇ ਵੱਡੇ ਤੋਂ ਲੈ ਕੇ ਛੋਟੇ ਨੇਤਾ ਨਾਰੇ ਵੀ ਲਾਉਂਦੇ ਨੇ, ਚੀਜ਼ਾਂ ਨੂੰ ਬਦਲਿਆ ਵੀ ਜਾਂਦਾ ਹੈ। ਇਤਿਹਾਸ ਦੇ ਵਿੱਚ ਜਿੱਥੇ ਭਾਰਤ ਲਿਖਿਆ ਉੱਥੇ ਹਿੰਦੁਸਤਾਨ ਕਰ ਦਿੱਤਾ ਜਾਂਦਾ ਹੈ। ਇਸ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ ਕਿ ਜੋ ਕਿਆਸ ਲਗਾਏ ਜਾਂਦੇ ਨੇ ਵੱਡੇ ਵੱਡੇ ਬੁੱਧੀਜੀਵੀਆਂ ਵੱਲੋਂ, ਰਾਈਟਰਸ ਵੱਲੋਂ, ਤੁਸੀਂ ਵੀ ਇੱਕ ਰਾਈਟਰ ਹੋ, ਕਿ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਭਾਰਤ ਦੇ ਵਿੱਚ ਆਜ਼ਾਦੀ ਤੋਂ ਬਾਅਦ, ਬਣਾਇਆ ਜਾ ਰਿਹਾ ਹੈ ਤੇ ਅੱਗੇ ਵੀ ਬਣਾਇਆ ਜਾਂਦਾ ਰਹੇਗਾ, ਇਸ ਦੇ ਉੱਤੇ ਤੁਹਾਡਾ ਕੀ ਮਤ ਹੈ? ਦੇਖੋ ਜੀ, ਦੋ ਗੱਲਾਂ ਆਪਾਂ ਮੋਟਾ ਇਹਨੂੰ ਜੇ ਦੇਖਦੇ ਹਾਂ। ਪਹਿਲੀ ਗੱਲ ਤਾਂ ਭਾਰਤੀ ਸਟੇਟ ਨੂੰ ਸਮਝੋ ਤੁਸੀਂ। ਜਿਹੜੀ ਇਹ ਸਟੇਟ ਆ ਇਹ ਕੋਈ ਆਜ਼ਾਦੀ ਤੋਂ ਬਾਅਦ ਨਹੀਂ ਬਦਲੀ, ਇਹ ਬਸਤੀਵਾਦੀ ਸਟੇਟ ਸੀ ਜਿਹੜੀ ਅੰਗਰੇਜ਼ ਨੇ ਬਣਾਈ ਸੀ। ਇਹਦੇ ਵਿੱਚ ਕੀ ਆ ਕਿ ਇੱਕ ਛੋਟੀ ਜਿਹੀ ਗਿਣਤੀ ਆ ਜਿਹਦਾ ਨਾ ਤਾਂ ਸਮਾਜਿਕ ਬੇਸ ਆ, ਨਾ ਉਹਦਾ ਕੋਈ ਪੋਲੀਟੀਕਲ ਬੇਸ ਆ। ਉਹ ਰਾਜ ਕਰਕੇ ਸਾਰੇ ਵਸੀਲਿਆਂ ਨੂੰ ਆਪਦੇ ਕਬਜ਼ੇ 'ਚ ਕਰਨਾ ਚਾਹੁੰਦੀ ਹੈ। ਕਿਸੇ ਦਾ ਪਾਣੀ ਖੋਹ ਲਿਆ, ਕਿਸੇ ਦਾ ਜ਼ਮੀਨ ਖੋਹ ਲਈ, ਕਿਸੇ ਦੀ ਖਣਜ ਪਦਾਰਥ ਖੋਹ ਲਏ, ਆਪਾਂ ਥਾਂ ਵੇਖ ਹੀ ਰਹੇ, ਠੀਕ ਹੈ ਜੀ। ਉਹ ਖੋਹ ਲੈਂਦੀ ਆ, ਕਿਸੇ ਤੋਂ ਲੇਬਰ ਕਰਵਾ ਲਈ, ਪਰ ਉਹਨੂੰ ਰਾਜ 'ਚ ਰਹਿਣ ਵਾਸਤੇ ਉਹਨੂੰ ਇੱਕ ਵਾਈਡਰ ਬੇਸ ਦੀ ਸਪੋਰਟ ਚਾਹੀਦੀ ਹੁੰਦੀ ਉੱਥੇ। ਤਾਂ ਉਹ ਵੱਖ-ਵੱਖ ਸਮੇਂ ਤੇ ਵੱਖ-ਵੱਖ ਸਪੋਰਟਾਂ ਲੈਂਦੀ ਆ। ਜਿਵੇਂ ਅੰਗਰੇਜ਼ ਨੇ ਮਾਰਸ਼ਲ ਕੌਮਾਂ ਦੀ ਸਪੋਰਟ ਲਈ ਕਿ ਵੀ ਦੱਬਣ ਵਾਸਤੇ ਲੋਕਲ ਬੰਦਿਆਂ ਨੂੰ ਹੈ, ਉਹ ਅੰਗਰੇਜ਼ ਚਲਾ ਗਿਆ ਤਾਂ ਦੂਜਿਆਂ ਨੇ ਕਿਉਂਕਿ ਡੈਮੋਕ੍ਰੇਸੀ ਦੀ ਡੁਗਡੁਗੀ ਵਜਾਉਣੀ ਸੀਗੀ ਤਾਂ ਉਹਨਾਂ ਨੇ ਇੱਕ ਮਾਈਨੋਰਿਟੀਜ਼ ਦੀ ਤੇ ਦਲਿਤਾਂ ਦੀ ਕਾਂਗਰਸ ਪੋਲਿਟਿਕਸ ਖੇਡਦੀ ਰਹੀ। ਫਿਰ ਉਹ ਵੇਖਿਆ ਕਿ ਹੁਣ ਇਹ ਤਾਂ ਅਸਰਟ ਕਰਨ ਲੱਗ ਗਏ, ਤਾਂ ਆਪਦਾ ਹੱਕ ਮੰਗਣ ਲੱਗ ਗਏ, ਪੜ੍ਹ ਗਏ ਹੈ, ਤਾਂ ਉਹਨਾਂ ਨੇ ਉਹ ਸ਼ਿਫਟ ਕੀਤਾ 78 'ਚ, ਤਾਂ ਉਹਨਾਂ ਨੇ ਲਾਰਜਰ ਹਿੰਦੂਤਵਾ ਬੇਸ ਵਾਲੇ ਪਾਸੇ ਨੂੰ ਤੁਰ ਪਏ ਤੇ ਆਪਾਂ ਐਮਰਜੈਂਸ ਵੇਖੀ ਜਿਹੜੀ ਹੁਣ ਆ ਗਈ। ਇਹਦਾ ਜਿਹੜਾ ਇਹਦੇ ਨਾਲ ਹੁਣ ਜਦੋਂ ਇਹ ਲੋਕ ਜਿਨ੍ਹਾਂ ਨਾਲ ਅਲਾਇੰਸ ਕਰਦੇ ਆ, ਠੀਕ ਹੈ ਜੀ, ਜਦੋਂ ਉਹ ਛੋਟੀ ਜਿਹੀ ਧਿਰ ਜਿਨ੍ਹਾਂ ਨਾਲ ਅਲਾਇੰਸ ਕਰਕੇ ਰਾਜ 'ਚ ਰਹਿਣਾ ਚਾਹੁੰਦੀ ਹੁੰਦੀ ਆ, ਉੱਥੇ ਇੱਕ ਕੰਟਰਡਿਕਸ਼ਨ ਆ ਬਹੁਤ ਵੱਡੀ। ਉਹਨਾਂ ਨੂੰ ਹੀ ਦਬਾਉਣਾ ਹੁੰਦਾ ਐਕਚੁਅਲੀ ਜੀ, ਠੀਕ ਹੈ ਜੀ। ਕਿਉਂਕਿ ਉਹਨਾਂ ਨੂੰ ਹੀ ਦਬਾਉਣਾ ਹੁੰਦਾ ਤਾਂ ਫਿਰ ਉਹ ਲਾਜ਼ ਲਿਆਂਦੇ ਜਾਂਦੇ ਜਿਹਨੂੰ ਆਪਾਂ ਅੰਦਰੂਨੀ ਸੁਰੱਖਿਆ ਕਾਨੂੰਨ ਕਹਿੰਦੇ ਆ। ਉਹ ਅੰਦਰੂਨੀ ਸੁਰੱਖਿਆ ਕਾਨੂੰਨਾਂ ਨੂੰ ਵੀ ਜੇ ਤੁਸੀਂ ਵੇਖੋਗੇ ਜੀ ਤਾਂ 1980 ਤੱਕ ਤਾਂ ਉਹ 2-4 ਹੀ ਆਏ ਆ, ਉਦੋਂ ਬਾਅਦ ਉਹਨਾਂ ਦੀ ਤਾਦਾਦ ਵੱਧਦੀ ਜਾਂਦੀ ਆ। ਤੇ ਹੁਣ ਲੇਟਲੀ ਜਿਹੜੇ ਉਹ ਲੱਗ ਰਹੇ ਆ, ਉਹ ਤੁਸੀਂ ਨੋਟ ਕਰਿਓ ਕਿ ਇੱਕ ਟੈਂਡੈਂਸੀ ਆ ਉਹਨਾਂ ਦੀ, ਉਹ ਦਲਿਤਾਂ ਦੀ ਤੇ ਸਪੈਸ਼ਲੀ ਕਬੀਰਪੰਥੀਆਂ ਦੇ ਉੱਤੇ ਜ਼ਿਆਦਾ ਲਾਏ ਜਾ ਰਹੇ ਆ, ਕਿਉਂਕਿ ਇਹ ਕਲਾਸ ਅਸਰਟ ਕਰਨੀ ਸ਼ੁਰੂ ਹੋ ਗਈ। ਇਹ ਜੇ ਥੋੜੇ ਵਸੀਲੇ ਵੀ ਮੰਗੂਗੀ ਤਾਂ ਉਹਨਾਂ ਦੇ ਵਸੀਲੇ ਬਹੁਤ ਖੁੱਸ ਜਾਣਗੇ। ਤਾਂ ਇਹਨਾਂ ਨੂੰ ਦਬਾਉਣ ਦਾ, ਇਹਨਾਂ ਨੂੰ ਸਪਰੈਸ ਕਰਨ ਦਾ, ਹਾਂ ਉਹਦੇ ਵਿੱਚ ਮਿਨੋਰਿਟੀਜ਼ ਵੀ ਆ ਜਾਂਦੀਆਂ, ਸਿੱਖਾਂ ਵਰਗੀਆਂ ਜਿਨ੍ਹਾਂ ਨੂੰ ਦਬਾਇਆ ਜਾਂਦਾ ਕਿਉਂਕਿ ਸਾਡਾ ਪਾਣੀ ਖੋਹ ਲਿਆ, ਸਾਡੀ ਧਰਤੀ ਦੇ ਉੱਤੇ ਸਾਨੂੰ ਫੋਰਸ ਕੀਤਾ ਜਾਂਦਾ, ਜਾਂ ਇਸ ਤਰੀਕੇ ਦਾ ਸਿਸਟਮ ਹੀ ਜਾਂ ਸਿਰ ਦਿੱਤਾ ਜਾਂਦਾ, ਜਾਂ ਹਾਲਾਤ ਹੀ ਜੇ ਪੈਦਾ ਕਰ ਦਿੱਤੇ ਜਾਂਦੇ ਕਿ ਸਾਨੂੰ ਪਰਟੀਕੁਲਰ ਕ੍ਰੌਪਿੰਗ ਕਰਨੀ ਪੈ ਰਹੀ ਆ ਉਹਨਾਂ ਵਾਸਤੇ ਜੀ। ਹੁਣ ਤੁਸੀਂ ਗੱਲ ਕੀਤੀ ਸੀ ਕਿ ਅਨੰਦਪੁਰ ਸਾਹਿਬ ਦੇ ਮਤੇ ਦੀ, ਵੇਖੋ ਉਹ ਕੱਲਾ ਉਹ ਜਿਹੜਾ ਨਿਜ਼ਾਮ ਦੱਸ ਰਹੇ ਸੀ ਆਪਾਂ, ਹੈ ਨਾ, ਕਿ ਵੀ ਆਏ ਤੁਹਾਨੂੰ ਬਣਾ ਲੈਣਾ ਚਾਹੀਦਾ, ਭਾਰਤ ਨੂੰ ਰਾਜਾਂ ਨੂੰ ਅਧਿਕਾਰ ਦੇ ਦੇਣੇ ਚਾਹੀਦੇ ਆ, ਉਹ ਕੱਲਾ ਸਿੱਖਾਂ ਵਾਸਤੇ ਨਹੀਂ ਮੰਗ ਰਹੇ ਸੀ ਅਕਾਲੀ ਉਸ ਟਾਈਮ। ਉਹ ਕਹਿੰਦੇ ਸੀ ਭਾਰਤ ਨੂੰ ਹੀ ਐਂ ਬਣਾ ਦਿਓ। ਸਰਕਾਰੀ ਕਮਿਸ਼ਨ ਬੈਠਾ ਵੀ ਆ ਉਹਦੇ ਵਾਸਤੇ, ਠੀਕ ਹੈ ਜੀ, ਕਮੇਟੀ ਵੀ ਬੈਠੀ, ਸਾਊਥ ਇੰਡੀਆ ਵੀ ਮੰਗ ਰਿਹਾ ਸੀ। ਅਤੇ ਉਹਦਾ ਫਾਇਦਾ ਇਕੱਲਾ ਕੋਈ ਇਹ ਨਹੀਂ ਸੀ ਕਿ ਪੰਜਾਬ ਨੂੰ ਹੋਣਾ ਸੀ, ਉਹ ਇਹ ਸਾਰੇ ਖਿੱਤੇ ਨੂੰ ਫਾਇਦਾ ਸੀ। ਅੱਜ ਤੁਸੀਂ ਕਿੰਨੀਆਂ ਫੋਰਸਿਸ ਲਾਉਂਦੇ ਹੋ, ਕਿੰਨੇ
ਕਾਨੂੰਨ ਬਣਾਉਣੇ ਆ ਲੋਕਾਂ ਨੂੰ ਦਬਾਉਣ ਨੂੰ। ਜਦੋਂ ਲੋਕ ਖੁਸ਼ੀ ਵਸਣਗੇ ਤਾਂ ਇਹ ਸਾਰੀ એનર્ਜੀ ਜਿਹੜੀ ਤੁਸੀਂ ਵੇਸਟ ਕਰ ਰਹੇ ਹੋ ਲੋਕਾਂ ਨੂੰ ਆਪਦਿਆਂ ਨੂੰ ਦਬਾਉਣ ਨੂੰ, ਇਹ ਪ੍ਰੋਡਕਟਿਵ ਕੰਮ ਵਾਸਤੇ ਲੱਗੂਗੀ। ਸੋ ਇਹਦੇ ਨਾਲ ਇਹ ਖਿੱਤਾ ਪ੍ਰਫੁੱਲਤ ਹੀ ਹੋਣਾ ਸੀ, ਚੰਗਾ ਹੀ ਹੋਣਾ ਸੀ ਜੇ ਇਹਨੂੰ ਐਂ ਲਾਇਆ ਜਾਂਦਾ। ਪਰ ਇਹ ਕਿਉਂ ਨਹੀਂ ਸਮਝਦੇ, ਕੌਣ ਦਬਾਉਣਾ ਚਾਹੁੰਦਾ ਹੈ, ਕੀ ਇਹਦੀ ਸਾਨੂੰ ਨਿਸ਼ਾਨਦੇਹੀ ਕਰਨ ਦੀ ਲੋੜ ਆ। ਇਹੀ ਸਾਨੂੰ ਸਮਝਣ ਦੀ ਲੋੜ ਆ। ਉਸ ਜਿਹੜੀ ਧਿਰ ਇਹ ਸਭ ਕੁਝ ਕਰਨਾ ਚਾਹੁੰਦੀ, ਉਹਦੀ ਤਸੀਰ ਕੀ ਆ, ਉਹਦੀ ਸੋਚ ਕੀ ਆ, ਤੇ ਉਹਦੇ ਤਾਕਤਾਂ ਤੇ ਕਮਜ਼ੋਰੀਆਂ ਕੀ ਆ, ਇਹੀ ਵਿਚਾਰ ਚਰਚਾ ਕਰਨ ਦੀ ਲੋੜ ਆ। ਇਹੀ ਵਿਚਾਰ ਚਰਚਾ ਅੱਜ ਕੱਲ੍ਹ ਹਰ ਮੋਰਚੇ ਉੱਤੇ ਚੱਲ ਰਹੀ ਹੈ ਕਿ ਆਖਿਰ ਜੋ ਆਰਡੀਨੈਂਸ ਪਾਸ ਕੀਤੇ ਗਏ ਨੇ ਉਹਨਾਂ ਦੇ ਪਿੱਛੇ ਦੀ ਅਸਲ ਵਜ੍ਹਾ ਕੀ ਹੈ, ਸੱਚਾਈ ਕੀ ਹੈ। ਤੇ ਅਸੀਂ ਬਾਖੂਬ ਇਹ ਜਾਣਦੇ ਵੀ ਕਿ ਭਗਵਾਕਰਨ ਦੀ ਜੋ ਰਾਜਨੀਤੀ ਚੱਲਦੀ ਹੈ, ਬੇਸ਼ੱਕ ਉਹ ਆਰਐਸਐਸ ਦੇ ਏਜੰਡੇ ਹੇਠ ਹੋਵੇ, ਸ਼ਿਵ ਸੈਨਾ ਦੇ ਝੰਡੇ ਹੇਠ ਹੋਵੇ ਜਾਂ ਬੀਜੇਪੀ ਦੇ ਡੰਡੇ ਹੇਠ ਹੋਵੇ, ਇਹ ਕਿਤੇ ਨਾ ਕਿਤੇ ਇੱਕੋ ਹੀ ਚੀਜ਼ ਨਾਲ ਜੁੜੀ ਹੈ। ਉਹ ਹੈ ਭਗਵਾਕਰਨ, ਉਹ ਹੈ ਕੱਟੜਵਾਦੀ ਸੋਚ। ਉਹ ਕੱਟੜਵਾਦੀ ਸੋਚ ਜਿਹੜੇ ਦਲਿਤਾਂ ਨੂੰ ਦਲਿਤ ਕਹਿ ਕੇ ਜੁੱਤੀ ਥੱਲੇ ਰੱਖਣਾ ਚਾਹੁੰਦੇ ਨੇ, ਜਿਹੜੇ ਮਾਈਨੋਰਿਟੀਜ਼ ਨੂੰ, ਘੱਟ ਗਿਣਤੀਆਂ ਨੂੰ ਖੂੰਜੇ ਲਾ ਕੇ ਰੱਖਣਾ ਚਾਹੁੰਦੇ ਨੇ, ਜਾਂ ਉਹਨਾਂ ਨੂੰ ਇੰਨਾ ਕੀ ਮਜਬੂਰ ਕਰ ਦੇਣਾ ਚਾਹੁੰਦੇ ਨੇ ਕਿ ਉਹ ਆਪਣੇ ਆਪ ਨੂੰ ਮੰਨ ਲੈਣ ਕਿ ਹਾਂ ਭਾਈ ਅਸੀਂ ਕੇਸਾਧਾਰੀ ਹਿੰਦੂ ਹਾਂ। ਕਿਉਂਕਿ ਅੱਜ ਤੱਕ ਚਾਹੇ ਬੋਧੀ ਨੇ, ਜੈਨੀ ਨੇ, ਸਿੱਖ ਨੇ, ਉਹ ਅਗਰ ਕਾਨੂੰਨ ਦੀ ਨਜ਼ਰ ਦੇ ਵਿੱਚ ਦੇਖੀਆਂ, ਤੁਸੀਂ ਮੈਰਿਜ ਸਰਟੀਫਿਕੇਟ ਕਦੀ ਚੱਕ ਕੇ ਦੇਖਿਓ, ਅਗਰ ਇਹਨਾਂ ਧਰਮਾਂ ਤੋਂ ਬਿਲੋਂਗ ਕਰਦੇ ਹੋ, ਤੁਹਾਨੂੰ ਹਿੰਦੂ ਹੀ ਉਸ ਦੇ ਵਿੱਚ ਦਰਸਾਇਆ ਜਾਂਦਾ, ਜਿਸ ਦੀ ਜੰਗ ਅੱਜ ਵੀ ਚੱਲ ਰਹੀ ਹੈ। ਠੀਕ ਹੈ ਜੀ। ਹੁਣ ਇਹਨਾਂ ਚੀਜ਼ਾਂ ਨੂੰ ਅਗਰ ਅਸੀਂ ਮੁਕਾ ਵੀ ਦਈਏ, ਇੱਕ ਪਾਸੇ ਕਰ ਵੀ ਦਈਏ, ਤਾਂ ਇੱਕੋ ਹੀ ਚੀਜ਼ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਜਦੋਂ ਤੱਕ ਇਹ ਕੱਟੜਵਾਦੀ ਸੋਚ ਸਾਡੇ ਉੱਤੇ ਰਾਜ ਕਰ ਰਹੀ ਹੈ, ਜਿਹਨਾਂ ਨੂੰ ਰਾਜ ਭਾਗ ਅਸੀਂ ਲੜ ਕੇ, ਅਸੀਂ ਸ਼ਹਾਦਤਾਂ ਦੇ ਕੇ ਦਿੱਤਾ, ਉਹ ਹੁਣ ਕਿਤੇ ਨਾ ਕਿਤੇ ਅੰਦਰੋਂ ਡਰੇ ਹੋਏ ਨੇ ਕਿ ਸਾਡੇ ਹੱਥੋਂ ਰਾਜ ਭਾਗ ਖੁੱਸ ਨਾ ਜਾਵੇ। ਕਿਉਂਕਿ ਜਿਹਨਾਂ ਨੇ 1000 ਸਾਲ ਦੀ ਗੁਲਾਮੀ ਵੇਖੀ ਹੋਵੇ ਤੇ ਉਹਨਾਂ ਨੂੰ ਇੱਕਦਮ ਰਾਜ ਭਾਗ ਮਿਲ ਜਾਵੇ, ਤਾਂ ਉਹ ਚੀਜ਼ ਤੁਸੀਂ ਸਮਝ ਸਕਦੇ ਹੋ ਕਿ ਉਹਨਾਂ ਦੇ ਅੰਦਰ ਡਰ ਕਿੰਨਾ ਹੋਏਗਾ। ਪਰ ਅੱਜ ਸਮਾਂ ਆ ਗਿਆ ਕਿ ਅਸੀਂ ਇਕਜੁੱਟ, ਇੱਕ ਮੁੱਠ ਹੋਈਏ। ਪੀਲੀ ਪੱਤਰਕਾਰੀ ਜਿਹੜੇ ਕਰਦੇ ਨੇ, ਜਿਹੜੇ ਆਪਣੇ ਚੈਨਲਸ ਦੇ ਉੱਤੇ ਸਿਰਫ ਤੇ ਸਿਰਫ ਇਹ ਦਿਖਾਉਂਦੇ ਨੇ ਕਿ ਸੁਸ਼ਾਂਤ ਰਾਜਪੂਤ ਦਾ ਕੀ ਹੋ ਗਿਆ, ਕੰਗਨਾ ਰਣੌਤ ਦਾ ਕੀ ਹੋ ਗਿਆ, ਤੇ ਪੰਜਾਬ ਦੇ ਇੰਨੇ ਵੱਡੇ ਪੱਧਰ ਉੱਤੇ ਲੱਗੇ ਹੋਏ ਮੋਰਚਿਆਂ ਦੀ ਕਿਤੇ ਗੱਲ ਨਹੀਂ ਹੁੰਦੀ। ਨਾਲ ਹੀ ਪੰਜਾਬ ਦੇ ਚੈਨਲਸ ਦੀ ਵੀ ਮੈਂ ਗੱਲ ਕਰਦਾ ਹਾਂ ਕਿ ਪੰਜਾਬ ਦੇ ਚੈਨਲਸ ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਕਿ ਅਸੀਂ ਸੱਚੀ ਸੁੱਚੀ ਪੱਤਰਕਾਰੀ ਕਰਦੇ ਹਾਂ, ਅਸੀਂ ਪੰਜਾਬ ਦਾ ਮੀਡੀਆ ਆ, ਉਹਨਾਂ ਨੂੰ ਵੀ ਮੈਂ ਸਾਹਮਣੇ ਕਹਿਣਾ ਚਾਹਾਂਗਾ ਕਿ ਅਗਰ ਤੁਸੀਂ ਵਾਕਈ ਹੀ ਸੱਚੀ ਪੱਤਰਕਾਰੀ ਕਰਦੇ ਹੋ, ਪੰਜਾਬ ਦੇ ਮੀਡੀਆ ਹੋ ਤੁਸੀਂ, ਤਾਂ ਸਾਡਾ ਫਰਜ਼ ਬਣਦਾ ਹੈ ਅਸੀਂ ਕਿਤੇ ਵੀ ਮੋਰਚਾ ਕਵਰ ਕਰ ਰਹੇ ਹਾਂ, ਚਾਹੇ ਜਿਹੜਾ ਮਰਜ਼ੀ ਚੈਨਲ ਚੱਕ ਕੇ ਮੋਰਚਾ ਆਪਣੇ ਚੈਨਲ ਦੇ ਉੱਤੇ ਟੈਲੀਕਾਸਟ ਕਰੇ, ਤੁਹਾਡੇ ਚੈਨਲ ਤੋਂ ਡਾਊਨਲੋਡ ਕਰਕੇ। ਠੀਕ ਹੈ, ਮੇਰੇ ਚੈਨਲ ਦੇ ਉੱਤੇ ਸ਼ੰਭੂ ਮੋਰਚਾ ਲਾਈਵ ਚੱਲਦਾ ਹੈ। ਮੈਂ ਖੁੱਲੀ ਇਜਾਜ਼ਤ ਦਿੰਦਾ ਹਰ ਮੀਡੀਆ ਹਾਊਸ ਨੂੰ, ਕੋਈ ਕਾਪੀਰਾਈਟ ਕੰਟੈਂਟ ਤੁਹਾਨੂੰ ਨਹੀਂ ਆਏਗਾ, ਕੋਈ ਕਾਪੀਰਾਈਟ ਸਟ੍ਰਾਈਕ ਤੁਹਾਨੂੰ ਨਹੀਂ ਆਏਗੀ। ਤੁਸੀਂ ਚੱਕੋ, ਐਜ਼ ਮੱਚ ਐਜ਼ ਯੂ ਕੈਨ ਸਪਰੈਡ ਦਾ ਵੀਡੀਓਜ਼, ਜਿੰਨੀ ਤੁਸੀਂ ਸ਼ੇਅਰ ਕਰ ਸਕਦੇ ਹੋ ਕਰੋ, ਜਿੱਥੇ ਜਿੱਥੇ ਪਾਉਣਾ ਚਾਹੁੰਦੇ ਹੋ ਪਾਓ। ਇੱਥੋਂ ਪਤਾ ਲੱਗੇਗਾ ਕਿ ਜਿੱਥੇ ਪੰਜਾਬ ਦੀ ਨੌਜਵਾਨੀ, ਕਿਸਾਨੀ, ਮਜ਼ਦੂਰ ਇੱਕ ਦੂਜੇ ਨਾਲ ਸਿਰ ਜੋੜ ਕੇ ਬੈਠੇ ਹੋਏ ਨੇ, ਦੀਪ ਸਿੱਧੂ ਵਰਗਾ ਨੌਜਵਾਨ ਆਪਣੀ ਸਾਰੀ ਚੰਗੀ ਐਸ਼ ਪ੍ਰਸਤੀ ਦੀ ਜ਼ਿੰਦਗੀ ਛੱਡ ਕੇ ਮਿਹਨਤ ਕਰਦਾ ਸੀ ਮੁੰਡਾ, ਪਰ ਤੁਸੀਂ ਜਾਣਦੇ ਹੋ ਕਿ ਫਿਲਮ ਸਟਾਰਸ ਦੀ ਲਾਈਫ ਕਿੱਦਾਂ ਦੀ ਹੁੰਦੀ ਹੈ, ਉਹ ਜ਼ਿੰਦਗੀ ਛੱਡ ਕੇ ਅੱਜ ਸ਼ੰਭੂ ਮੋਰਚੇ ਤੇ ਸੜਕ ਤੇ ਬੈਠਿਆ ਹੈ। ਕਿਹਦੇ ਵਾਸਤੇ? ਪੰਜਾਬ ਵਾਸਤੇ, ਤੁਹਾਡੇ ਵਾਸਤੇ, ਕਿਸਾਨਾਂ ਵਾਸਤੇ। ਤੇ ਜੇਕਰ ਅਸੀਂ ਅੱਜ ਘਰਾਂ 'ਚ ਬੈਠੇ ਰਹੇ, ਇਹਨਾਂ ਮੋਰਚਿਆਂ ਦਾ ਸਾਥ ਨਹੀਂ ਦਿੱਤਾ, ਤਾਂ ਕਿਤੇ ਨਾ ਕਿਤੇ ਗੁਨੇਗਾਰ ਅਸੀਂ ਹੋਵਾਂਗੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਰਬਾਦ ਕਰਨ ਦੇ। ਹੁਣ ਅੰਤ ਵਿੱਚ ਇਹੀ ਜਾਣਨਾ ਚਾਹਾਂਗਾ ਕਿ ਮੋਰਚੇ ਤਾਂ ਅਲੱਗ-ਅਲੱਗ ਥਾਵਾਂ ਤੇ ਲੱਗੇ ਹੋਏ ਨੇ ਤੇ ਸਾਰੇ ਮੋਰਚਿਆਂ ਨੂੰ ਅਲੱਗ-ਅਲੱਗ ਤਰੀਕੇ ਨਾਲ ਦੇਖਿਆ ਜਾ ਰਿਹਾ। ਕਿਤੇ ਰਿਲਾਇੰਸ ਦੇ ਪੰਪ ਬੰਦ ਕੀਤੇ ਜਾ ਰਹੇ ਨੇ, ਕਿਤੇ ਸਟੋਰਸ ਬੰਦ ਕੀਤੇ ਜਾ ਰਹੇ ਨੇ। ਸ਼ੰਭੂ ਮੋਰਚਾ ਕਹਿ ਸਕਦੇ ਹਾਂ ਅਸੀਂ ਦਿੱਲੀ ਦੀ ਹਿੱਕ ਤੇ ਲੱਗਿਆ ਹੋਇਆ ਹੈ, ਬਾਰਡਰ ਦੇ ਉੱਤੇ ਹੈ, ਤੇ ਹਰ ਪਾਸਿਓਂ ਕਿਆਸ ਲਗਾਏ ਜਾ ਰਹੇ ਨੇ, ਵੱਡੇ ਵੱਡੇ ਸੰਤਰੀ ਮੰਤਰੀ ਵੀ ਆ ਰਹੇ ਨੇ, ਸਾਰਿਆਂ ਦੀ ਨਜ਼ਰਾਂ। ਪਰ ਮੀਡੀਆ ਇਹਨਾਂ ਚੀਜ਼ਾਂ ਨੂੰ ਜਿਹੜੇ ਤਰੀਕੇ ਨਾਲ ਦਿਖਾ ਰਿਹਾ ਹੈ, ਦਰਸਾ ਰਿਹਾ ਹੈ, ਤੁਹਾਨੂੰ ਨਹੀਂ ਲੱਗਦਾ ਕਿ ਇਹ ਉਹ ਮੌਕਾ ਹੈ ਜਦੋਂ ਮੀਡੀਆ, ਅਸਲ ਮੀਡੀਆ ਜਿਹੜਾ ਹੈ, ਜਿਹੜੇ ਪੀਲੇ ਪੱਤਰਕਾਰੀ, ਉਹਨਾਂ ਨੂੰ ਵੀ ਸਿਰ ਜੋੜਨਾ ਚਾਹੀਦਾ ਹੈ? ਜਿਹੜੀ ਚੀਜ਼ ਮੈਂ ਕਹੀ ਉਹਨਾਂ ਨਾਲ ਤੁਸੀਂ ਕਿੰਨਾ ਕੀ ਐਗਰੀ ਹੋ? ਵੇਖੋ ਜੀ, ਜੇ ਤਾਂ ਲੋਕਾਂ ਦੇ ਹਿੱਤ 'ਚ ਤੇ ਜੋ ਮੀਡੀਆ ਦਾ ਧਰਮ ਆ, ਜੋ ਮੀਡੀਆ ਦਾ ਡਿਊਟੀ ਆ, ਉਹ ਸਮਝਣ ਤਾਂ ਉਹਨਾਂ ਨੂੰ ਉਹ ਦਿਖਾਉਣਾ ਚਾਹੀਦਾ। ਪਰ ਅਨਫੋਰਚੂਨੇਟਲੀ ਕਹਿ ਲਓ ਜਾਂ ਕੁਛ ਵੀ ਕਹਿ ਲਓ, ਕਿਸੇ ਪਦਾਰਥਾਂ ਦੇ ਲਾਲਚ 'ਚ ਜਾਂ ਕਿਸੇ ਡਰ 'ਚ ਜਾਂ ਹੋ ਸਕਦਾ ਸੂਝ-ਬੂਝ ਦੀ ਘਾਟ ਕਰਕੇ, ਜੇ ਅਸੀਂ ਐਡੇ ਵੱਡੇ ਕਿਸਾਨ ਸੰਘਰਸ਼ ਨੂੰ ਵਿਖਾਉਣ ਦੀ ਬਜਾਏ ਰੀਆ ਤੇ ਉਹ ਸ਼ਾਂਤੀ ਵਿਖਾਉਣ ਲੱਗ ਜਾਂਗੇ, ਫਿਰ ਤਾਂ ਸਾਨੂੰ ਉਹਨਾਂ ਦੀ ਸੂਝ-ਬੂਝ ਤੇ ਉਹਨਾਂ ਦੇ ਇਸ ਖਿੱਤੇ ਪ੍ਰਤੀ ਜਾਂ ਇਸ ਹਿਊਮੈਨਿਟੀ ਦੇ ਪ੍ਰਤੀ ਉਹਨਾਂ ਦੀ ਜਿਹੜੀ
ਰਿਸਪੌਂਸਿਬਿਲਟੀ ਆ ਉਹ ਤੇ ਸਵਾਲੀਆ ਚਿੰਨ੍ਹ ਨਹੀਂ ਉੱਠਦੇ ਹੈਗੇ ਆ, ਉਹ ਸਿੰਸੀਅਰ ਨਹੀਂ ਲੋਕ। ਜੀ, ਪੰਜਾਬ ਦੇ ਕਿਸਾਨਾਂ ਨੂੰ, ਨੌਜਵਾਨਾਂ ਨੂੰ ਜਿਹੜੇ ਅੱਜ ਇਕਜੁੱਟ ਹੋਏ ਪਏ ਨੇ, ਸੜਕਾਂ ਉੱਤੇ ਥਾਂ ਥਾਂ ਤੇ ਮੋਰਚੇ ਲਾ ਕੇ ਬੈਠੇ ਨੇ, ਉਹਨਾਂ ਮਾਵਾਂ ਨੂੰ, ਉਹਨਾਂ ਧੀਆਂ ਨੂੰ, ਉਹਨਾਂ ਭੈਣਾਂ ਨੂੰ ਜਿਹੜੇ ਘਰਾਂ ਵਿੱਚ ਬੈਠ ਕੇ ਸਪੋਰਟ ਕਰ ਰਹੀਆਂ ਨੇ, ਕੀ ਮੈਸੇਜ ਦੇਣਾ ਚਾਹੋਗੇ? ਦਿੱਲੀ ਦੀਆਂ ਸਰਕਾਰਾਂ ਜਿਹੜੀਆਂ ਇਸ ਵੇਲੇ ਦੇਖ ਰਹੀਆਂ ਹੋਣਗੀਆਂ, ਸਮਝ ਰਹੀਆਂ ਹੋਣਗੀਆਂ, ਕਿਉਂਕਿ ਤੁਸੀਂ ਮਿਸਲਾਂ ਦੇ ਉੱਤੇ ਕਿਤਾਬਾਂ ਲਿਖੀਆਂ ਨੇ ਤੇ ਇੱਕ ਸਟ੍ਰੈਟਜੀ, ਗਰੀਲਾ ਸਟ੍ਰੈਟਜੀ ਵੀ ਹੁੰਦੀ ਸੀ, ਤੇ ਸਾਨੂੰ ਲੱਗਦਾ ਕਿ ਅੰਤ ਵਿੱਚ ਜਾ ਕੇ ਕਿਤੇ ਨਾ ਕਿਤੇ ਸਾਨੂੰ ਉੱਦਾਂ ਦੀ ਸਟ੍ਰੈਟਜੀ ਕੋਈ ਨਾ ਕੋਈ ਇਹਨਾਂ ਸਰਕਾਰਾਂ ਦੇ ਖਿਲਾਫ ਵੀ ਅਪਣਾਉਣੀ ਪੈ ਸਕਦੀ ਹੈ, ਕਿਉਂਕਿ ਇਹ ਹਮੇਸ਼ਾ ਪਾੜੋ ਤੇ ਰਾਜ ਕਰੋ ਦੀ ਰਾਜਨੀਤੀ ਕਰਦੇ ਆਏ ਨੇ। ਤੇ ਅਗਰ ਅਸੀਂ ਅੱਜ ਆਪਣੇ ਇਹ ਮੋਰਚੇ ਕਾਮਯਾਬ ਕਰਦੇ ਨੇ, ਕੀ ਸੁਨੇਹਾ ਤੁਸੀਂ ਦੇਸ਼ ਵਿਦੇਸ਼ ਦੀ ਸੰਗਤ ਨੂੰ ਦੇਣਾ ਚਾਹੋਗੇ, ਕਿਸਾਨਾਂ ਨੂੰ ਦੇਣਾ ਚਾਹੋਗੇ, ਜਵਾਨਾਂ ਨੂੰ ਦੇਣਾ ਚਾਹੋਗੇ? ਦੇਖੋ ਜੀ, ਪਹਿਲੀ ਗੱਲ ਤਾਂ ਇਹ ਆ ਕਿ ਇਸ ਸਮੇਂ ਸਾਨੂੰ ਅਨੁਸ਼ਾਸਨ ਰੱਖਣ ਦੀ ਬਹੁਤ ਲੋੜ ਹੈ, ਡਿਸਪਲਿਨ 'ਚ ਰਹਿਣ ਦੀ ਲੋੜ ਹੈ। ਕਿਸੇ ਤਰੀਕੇ ਨਾਲ ਵੀ ਹੋਸ਼ ਗਵਾ ਕੇ ਜਾਂ ਗੁੱਸੇ 'ਚ ਆ ਕੇ ਜਾਂ ਭਾਵਨਾਵਾਂ ਦੇ ਵਿੱਚ ਆ ਕੇ ਸਾਨੂੰ ਕਿਸੇ ਤਰੀਕੇ ਦੇ ਵਾਇਲੈਂਸ ਵਾਲੇ ਮੈਥਡ 'ਤੇ ਨਹੀਂ ਜਾਣਾ ਚਾਹੀਦਾ। ਸਾਨੂੰ ਜਿੰਨਾ ਵੱਡੀ ਵੀ ਲਾਮਬੰਦੀ ਆ ਉਹ ਪੀਸਫੁਲ ਤੇ ਸ਼ਾਂਤਮਈ ਕਰਨਾ ਚਾਹੀਦੀ ਆ, ਚਾਹੇ ਸਾਨੂੰ ਕਿੰਨੇ ਵੀ ਸਾਲ ਲੱਗ ਜਾਣ, ਅਸੀਂ ਲੜਾਂਗੇ ਉਸ ਸਾਲ ਤੱਕ, ਠੀਕ ਹੈ ਜੀ। ਤੇ ਇੱਕ ਤਾਂ ਇਹ ਹੈਗੀ ਆ। ਦੂਸਰੀ ਚੀਜ਼ ਇਹ ਆ ਕਿ ਮੈਂ ਇਹ ਕਹੂੰਗਾ ਕਿ ਚਾਹੇ ਕੋਈ ਇੱਥੇ ਮੋਰਚਾ ਚਲਾ ਰਿਹਾ ਹੈ, ਚਾਹੇ ਕੋਈ ਇੱਥੇ ਲੰਗਰ ਵੰਡ ਰਿਹਾ, ਚਾਹੇ ਕੋਈ ਇੱਥੇ ਆ ਰਿਹਾ ਜਾਂ ਕੋਈ ਵੀਡੀਓ ਵੇਖ ਰਿਹਾ ਜਾਂ ਕੋਈ ਲਾਈਕ ਕਰ ਰਿਹਾ ਜਾਂ ਆਪਣਾ ਇਹਨਾਂ ਮੋਰਚਿਆਂ ਦੇ ਤੇ ਇਹਨਾਂ ਸੰਘਰਸ਼ਾਂ ਦੇ ਹੱਕ 'ਚ ਕਮੈਂਟ ਕਰ ਰਿਹਾ, ਉਹ ਸਭ ਦਾ ਮਤਲਬ ਆਪਾਂ ਨੂੰ ਥੈਂਕਫੁਲ ਹੋਣਾ ਚਾਹੀਦਾ। ਉਹ ਆਪਦਾ ਯੋਗਦਾਨ ਪਾ ਰਹੇ ਆ। ਜਿੱਥੇ ਵੀ ਤੁਸੀਂ ਬੈਠੇ ਹੋ ਉੱਥੇ ਯੋਗਦਾਨ ਪਾਓ। ਕੋਸ਼ਿਸ਼ ਕਰੋ ਕਿ ਆਪਦਾ ਰੋਸ ਪ੍ਰਗਟ ਕਰੋ, ਚਾਹੇ ਕਾਲੇ ਝੰਡਿਆਂ ਨਾਲ ਕਰੋ, ਚਾਹੇ ਸੜਕਾਂ 'ਤੇ ਖੜ੍ਹ ਕੇ ਕਰੋ, ਚਾਹੇ ਆਪਣਾ ਪਰ ਕਿਤੇ ਵੀ ਡਿਸਰਪਸ਼ਨ ਨਾ ਕਰੋ, ਕਿਤੇ ਵੀ ਤੁਸੀਂ ਕਿਸੇ ਤਰੀਕੇ ਦਾ ਕੋਈ ਐਸੀ ਗੱਲ ਨਾ ਕਰੋ ਜਿਹਦੇ ਨਾਲ ਸ਼ਾਂਤੀ ਭੰਗ ਹੋਵੇ, ਬਿਕੋਜ਼ ਸ਼ਾਂਤੀ ਜੇ ਭੰਗ ਹੁੰਦੀ ਆ ਤਾਂ ਸਟੇਟ ਕੋਲੇ ਬੜੇ ਮੈਥਡਸ ਆ ਉਹਨੂੰ ਕ੍ਰਸ਼ ਕਰਨ ਨੂੰ, ਉਹ ਤੁਰ ਕੋਸ਼ਿਸ਼ ਕਰੂਗੀ ਕਿ ਵੀ ਸ਼ਾਂਤੀ ਭੰਗ ਹੋਵੇ ਤੇ ਉਹਨਾਂ ਨੂੰ ਮੌਕਾ ਮਿਲੇ ਉਸ ਚੀਜ਼ ਨੂੰ ਖਤਮ ਕਰਨ ਦਾ। ਅੰਤ ਦੇ ਵਿੱਚ ਕੈਪਟਨ ਸਾਹਿਬ ਨੇ ਕੱਲ ਲਾਈਵ ਹੋ ਕੇ ਜੋ ਕੁਝ ਕਿਹਾ ਕਿ ਕੋਲਾ ਖਤਮ ਹੋਣ ਵਾਲਾ ਹੈ, ਪੈਟਰੋਲ ਖਤਮ ਹੋਣ ਵਾਲਾ ਹੈ, ਡੀਜ਼ਲ ਖਤਮ ਹੋਣ ਵਾਲਾ ਹੋ ਸਕਦਾ 3-4 ਦਿਨਾਂ ਤੋਂ ਬਾਅਦ ਪੰਜਾਬ ਦੇ ਵਿੱਚ ਬਿਜਲੀ ਦੇ ਕੱਟ ਲੱਗਣ ਲੱਗ ਪੈਣ, ਉਸ ਨੂੰ ਕਿੱਦਾਂ ਦੇਖ ਰਹੇ ਹੋ? ਕਿਉਂਕਿ ਸਰਕਾਰਾਂ ਅਗਰ ਚਾਹਣ, ਕਿਉਂਕਿ ਉਹਨਾਂ ਨੇ ਖਜ਼ਾਨੇ ਖਾਲੀ ਕਰਕੇ ਹੱਥ ਖੜੇ ਕਰਤੇ ਕਿ ਅਸੀਂ ਬਿਜਲੀ ਬਾਹਰ ਦੇ ਖੀਤਿਆਂ ਤੋਂ ਖਰੀਦ ਵੀ ਨਹੀਂ ਸਕਦੇ, ਇਹ ਵੀ ਇੱਕ ਤੁਹਾਨੂੰ ਲੱਗਦਾ ਹੈ ਕਿ ਚਾਲ ਹੀ ਹੈ ਸਰਕਾਰਾਂ ਦੀ ਕਿ ਕਿਸੇ ਤਰੀਕੇ ਆਵਾਮ ਉਸ ਪਾਸੇ ਨੂੰ ਚਲੀ ਜਾਵੇ ਕਿ ਮੋਰਚੇ ਖਤਮ ਕਰਨ ਦੇ ਉੱਤੇ ਆ ਜਾਣ, ਜਾਂ ਕਿਸਾਨਾਂ ਨੂੰ ਉਸ ਤਰ੍ਹਾਂ ਪ੍ਰਭਾਵਿਤ ਕੀਤਾ ਜਾਵੇ, ਲੋਕਾਂ ਦਾ ਬ੍ਰੇਨ ਵਾਸ਼ ਉੱਦਾਂ ਕੀਤਾ ਜਾਵੇ ਕਿ ਯਾਰ 5-7 ਦਿਨਾਂ ਦੇ ਵਿੱਚ ਪੈਟਰੋਲ ਵੀ ਮੁੱਕ ਜਾਣਾ, ਡੀਜ਼ਲ ਵੀ ਮੁੱਕ ਜਾਣਾ, ਪੰਜਾਬ ਦੀ ਬਿਜਲੀ ਵੀ ਬੰਦ ਹੋ ਜਾਣੀ, ਅਸੀਂ ਕੀ ਕਰਾਂਗੇ? ਦੇਖੋ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਸੜਕਾਂ ਕੋਈ ਬੰਦ ਨਹੀਂ ਗਈਆਂ, ਸਭ ਕੁਝ ਆ ਸਕਦਾ ਹੈ ਨਾ। ਰੇਲਵੇ ਲਾਈਨਸ 'ਤੇ ਬੈਠੇ ਆ, ਠੀਕ ਆ। ਦੂਜੀ ਗੱਲ, ਕੋਵਿਡ 'ਚ ਆਪਾਂ ਵੇਖਿਆ 2-2 3-3 ਮਹੀਨੇ ਚੱਲੇ ਆਈ ਇਹ ਜ਼ਰੂਰ ਆ ਕਿ ਸਰਕਾਰ ਇੰਝ ਬਿਆਨ ਦੇ ਕੇ ਇੱਕ ਕੰਸੈਂਸਸ ਬਣਾਉਣਾ ਚਾਹੁੰਦੀ ਆ ਤਾਂ ਕਿ ਵੀ ਜਿਹੜੇ ਆਮ ਸ਼ਹਿਰੀ ਆ ਉਹ ਸੋਚਣ ਕਿ ਵੀ ਕਿਉਂ ਇਹਨਾਂ ਨੇ ਝਮੇਲਾ ਪਾਇਆ ਹੋਇਆ ਹੈ। ਤਾਂ ਇਹ ਕੋਸ਼ਿਸ਼ਾਂ ਸਰਕਾਰ ਦੀਆਂ। ਤੇ ਪਰ ਦੂਜੇ ਪਾਸੇ ਇਹ ਹੈ ਕਿ ਵੇਖੋ, ਸਿਵਲ ਡਿਸਓਬੀਡੀਐਂਸ ਜਾਂ ਸਿਵਲ ਇਸ ਤਰੀਕੇ ਦੀ ਪ੍ਰੋਟੈਸਟ ਰਾਈਟ ਆ ਇੱਕ ਸਿਟੀਜ਼ਨ ਦਾ, ਠੀਕ ਆ। ਉਹਨੂੰ ਯੂਨੀਅਨਸ ਦਾ ਰਾਈਟ ਆ ਕਰਨ ਦਾ, ਤੇ ਉਹ ਕਰ ਸਕਦੇ ਆ। ਇਹ ਸਰਕਾਰਾਂ ਨੇ ਵੇਖਣਾ ਕਿ ਵੀ ਜੇ ਕੋਲਾ ਖਤਮ ਹੋ ਰਿਹਾ, ਐਡੇ ਲਾਰਜ ਸਕੇਲ 'ਤੇ ਇਹ ਕੰਮ ਹੋ ਗਿਆ, ਤਾਂ ਭਾਈ ਉਹਨਾਂ ਦੀ ਸੁਣ ਲਓ। ਤੁਹਾਨੂੰ ਕਿਹਨੇ ਮਨਾ ਕੀਤਾ? ਉਹਨਾਂ ਦੀ ਬੈਠੋ, ਉਹਨਾਂ ਨਾਲ ਗੱਲ ਕਰੋ, ਮਸਲਾ ਹੱਲ ਕਰੋ। ਕਿਤੇ ਉਹਨਾਂ ਦਾ ਦੁੱਖ ਦਰਦ ਹੋਊਗਾ, ਕਿਉਂ ਅਗਲਾ ਰੇਲ ਪਟੜੀ 'ਤੇ ਆ ਕੇ ਬੈਠਾ, ਉਹਦਾ ਕਿਹੜਾ ਜੀਅ ਕਰਦਾ ਉਹ ਨੁਕੀਲੇ ਪੱਥਰਾਂ 'ਤੇ ਪੈਣ ਦਾ, ਠੀਕ ਹੈ ਨਾ। ਉਹਨਾਂ ਨੂੰ ਕਿਹੜਾ ਜੀਅ ਕਰਦਾ ਕਿ ਵੀ ਇੱਥੇ ਕੋਲਾ ਖਤਮ ਹੋ ਜਾਏ ਤੇ ਡਿਸਰਪਸ਼ਨ ਹੋ ਜਾਏ। ਉਹਨਾਂ ਨੂੰ ਵੀ ਤਾਂ ਪ੍ਰੋਬਲਮ ਆ ਰਹੀ ਹੈ। ਜੇ ਡੀਜ਼ਲ ਖਤਮ ਹੋ ਰਿਹਾ, ਉਹ ਕਿਸਾਨ ਨੂੰ ਵੀ ਤਾਂ ਦਿੱਕਤ ਆਊਗੀ। ਮੈਂ ਜੇ ਇੱਥੇ ਬੈਠਾ, ਮੇਰੀ ਕਾਰ ਵੀ ਨਹੀਂ ਚੱਲੂਗੀ, ਠੀਕ ਹੈ ਨਾ ਜੀ। ਤਾਂ ਇਹ ਆਪਣਾ ਨੈਚੁਰਲ ਹੈ ਕਿ ਵੀ ਉਹਦੇ 'ਤੇ ਤਾਂ ਇਹ ਤਾਂ ਸਰਕਾਰ ਨੇ ਵੇਖਣਾ ਹੁੰਦਾ, ਇਹ ਰੋਸ ਹੀ ਤਾਂ ਸਮਝਣਾ ਹੁੰਦਾ। ਜੇ ਸਰਕਾਰ ਇਹਨਾਂ ਨੂੰ ਆਪਦੇ ਸਮਝਦੀਆਂ, ਗੈਰ ਨਹੀਂ ਸਮਝਦੀਆਂ, ਤਾਂ ਭਾਈ ਉਹਨਾਂ ਨਾਲ ਜਾ ਕੇ ਗੱਲ ਕਰੋ। ਹਾਂ, ਜੇ ਗੈਰ ਹੀ ਸਮਝਦੇ ਹੋ ਫਿਰ ਠੀਕ ਆ, ਫਿਰ ਤਾਂ ਕੋਈ ਉਹਦਾ ਹੱਲ ਹੀ ਹੈ। ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਕੀਮਤੀ ਵਿਚਾਰ ਸਾਡੇ ਦਰਸ਼ਕਾਂ ਦੇ ਨਾਲ, ਸਾਡੀ ਸੰਗਤਾਂ ਦੇ ਨਾਲ ਸਾਂਝੇ ਕੀਤੇ। ਜਿਵੇਂ ਕਿ ਸਿੰਘ ਸਾਹਿਬ ਨੇ ਕਿਹਾ ਕਿ ਅਗਰ ਸਰਕਾਰਾਂ ਗੈਰ ਹੀ ਸਮਝਦੀਆਂ ਨੇ, ਜੋ ਕਿ ਅੱਜ ਤੱਕ ਸਮਝਦੀਆਂ ਹੀ ਆਈਆਂ ਨੇ, ਕਿਉਂਕਿ ਮੈਂ ਬਹੁਤ ਸਾਫ਼ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਹਮੇਸ਼ਾ ਕਹਿਣਾ ਕਿ ਇੱਕ ਉਹ ਸਰਕਾਰ ਹੈ ਜਿਸ ਨੇ ਵੋਟਾਂ ਦੇ ਖਾਤਰ ਬੇਅਦਬੀਆਂ ਕਰਵਾਈਆਂ, ਦੂਜੀ ਉਹ ਸਰਕਾਰ ਹੈ ਜਿਸ ਨੇ ਵੋਟਾਂ ਦੀ ਖਾਤਰ ਹੱਥ 'ਚ ਗੁਟਕਾ ਸਾਹਿਬ ਫੜ ਕੇ ਝੂਠੀਆਂ ਸੌਹਾਂ ਖਾਧੀਆਂ। ਤਾਂ ਫਿਰ ਅਗਰ ਦੋ ਹੀ ਸਰਕਾਰਾਂ ਆਪਣੇ ਗੁਰੂ ਨੂੰ, ਆਪਣੇ ਇਸ਼ਟ ਨੂੰ ਧੋਖਾ ਦੇ ਸਕਦੀਆਂ ਨੇ, ਉਹਨਾਂ ਦੀਆਂ ਬੇਪਤੀਆਂ ਕਰਵਾ ਸਕਦੀਆਂ ਨੇ, ਤੁਸੀਂ ਸੋਚ ਸਕਦੇ ਹੋ ਕਿ ਆਮ ਲੋਕਾਂ ਦੀ ਤਾਂ ਕੋਈ ਔਕਾਤ ਹੀ ਨਹੀਂ ਅਜਿਹੇ ਮਾਨਸਿਕਤਾ ਵਾਲੇ ਲੋਕਾਂ ਦੇ ਸਾਹਮਣੇ। ਤੇ ਇਹ ਹੁਣ ਪੰਜਾਬ ਦੀ ਆਵਾਮ ਨੇ ਤੈਅ ਕਰਨਾ ਹੈ ਕਿ ਤੁਸੀਂ ਇਹਨਾਂ ਰਵਾਇਤੀ ਪਾਰਟੀਆਂ, ਬੇਸ਼ੱਕ ਅਕਾਲੀ, ਭਾਜਪਾ ਹੈ ਜਾਂ ਕਾਂਗਰਸ ਹੈ, ਜਾਂ ਹੁਣ ਆਮ ਆਦਮੀ ਪਾਰਟੀ ਵੀ ਤੁਸੀਂ ਕਹਿ ਸਕਦੇ ਹੋ ਬੀ ਟੀਮ ਬਣ ਗਈ ਹੈ, ਉਹਨਾਂ ਉੱਤੇ ਭਰੋਸਾ ਕਰਨਾ ਹੈ, ਜਾਂ
ਜੋ ਨੌਜਵਾਨੀ ਅੱਜ ਮੋਰਚੇ ਸਾਂਭ ਕੇ ਬੈਠੀ ਹੋਈ ਹੈ, ਜੋ ਨੌਜਵਾਨੀ ਅੱਜ ਪੰਜਾਬ ਦੀ ਬਾਗਡੋਰ ਹੱਥਾਂ 'ਚ ਲੈਣਾ ਚਾਹੁੰਦੀ ਹੈ, ਜੋ ਨੌਜਵਾਨੀ ਚਾਹੁੰਦੀ ਹੈ ਬਦਲਾਵ ਹੋਵੇ, ਕਿਉਂਕਿ ਹੁਣ ਬਦਲਾਵ ਪੰਜਾਬ ਨੂੰ ਚਾਹੀਦਾ ਹੈ। ਜੇਕਰ ਹੁਣ ਵੀ ਅਸੀਂ ਸੁੱਤੇ ਰਹੇ ਤਾਂ ਫਿਰ ਆਉਣ ਵਾਲੀਆਂ ਪੀੜ੍ਹੀਆਂ ਨੂੰ, ਆਉਣ ਵਾਲੀਆਂ ਨਵੀਆਂ ਪਨੀਰੀਆਂ ਨੂੰ ਤੁਸੀਂ ਜਵਾਬ ਦੇਣ ਜੋਗੇ ਨਹੀਂ ਹੋਵੋਗੇ ਕਿ ਜਦੋਂ ਮੋਰਚੇ ਲੱਗੇ ਸੀ ਉਦੋਂ ਤੁਸੀਂ ਕਿਉਂ ਹੱਥ ਤੇ ਹੱਥ ਧਰ ਕੇ ਘਰੇ ਬੈਠੇ ਰਹੇ। ਇਹ ਸਾਡੀ ਸਭ ਤੋਂ ਵੱਡੀ ਗਲਤੀ ਹੋਏਗੀ ਪੰਜਾਬ ਦੀ ਹੋਂਦ ਖਤਮ ਕਰਨ ਦੇ ਲਈ। ਇਸ ਲਈ ਮੈਂ ਅੰਤ ਦੇ ਵਿੱਚ ਇਹੀ ਕਹਿਣਾ ਚਾਹਾਂਗਾ, ਸਾਡਾ ਫਰਜ਼ ਬਣਦਾ ਹੈ ਜਿੱਥੇ ਵੀ ਮੋਰਚਾ ਲੱਗਿਆ ਹੈ ਵੱਧ ਚੜ ਕੇ ਉਹਦਾ ਸਾਥ ਦਈਏ, ਘਰੋਂ ਬਾਹਰ ਨਿਕਲੀਏ, ਹਾਂ ਦਾ ਨਾਰਾ ਮਾਰੀਏ। ਇਹ ਨਾ ਸੋਚੀਏ ਕਿ ਉਹ ਜਥੇਬੰਦੀ ਕਿਹੜੀ, ਉਹ ਧੜੇਬੰਦੀ ਕਿਹੜੀ ਹੈ। ਸਾਨੂੰ ਸਿਰਫ ਇਹ ਸੋਚਣਾ ਚਾਹੀਦਾ ਸਾਡਾ ਸਾਰਿਆਂ ਦਾ ਟੀਚਾ ਇੱਕ ਹੈ, ਉਹ ਹੈ ਦਿੱਲੀ ਦੇ ਗੋਡੇ ਲਵਾਉਣਾ, ਤੇ ਉਹ ਗੋਡੇ ਲਵਾ ਕੇ ਰਹਾਂਗੇ। ਸਿੱਖ ਕੌਮ ਉਹ ਕੌਮ ਹੈ, ਪੰਜਾਬੀ ਉਹ ਨੇ ਜਿਨ੍ਹਾਂ ਨੇ ਦਿੱਲੀ 20 ਵਾਰ ਫਤਿਹ ਕੀਤੀ ਹੈ, ਤੇ ਜੇਕਰ ਇਸ ਵਾਰ ਲੋੜ ਪਈ ਤਾਂ ਮੁੜ ਤੋਂ ਫਤਿਹ ਕਰਾਂਗੇ, ਕਿਉਂਕਿ ਖਾਲਸਾ ਰਾਜ ਜੇ ਅਸੀਂ ਭੋਗਿਆ ਹੈ ਤੇ ਅਸੀਂ ਮੁੜ ਉਹ ਰਾਜ ਲਿਆ ਸਕਦੇ ਹਾਂ। ਕਿਸਾਨਾਂ ਨੇ ਕਹੀਆਂ ਚਲਾਣੀਆਂ ਕਦੇ ਨਹੀਂ ਭੁੱਲੀਆਂ। ਸਰਕਾਰਾਂ ਇਹ ਵੀ ਯਾਦ ਰੱਖਣ ਕਿ ਬੰਦੂਕਾਂ ਛੱਡੀਆਂ ਨੇ, ਚਲਾਣੀਆਂ ਹਜੇ ਤੱਕ ਨਹੀਂ ਭੁੱਲੇ, ਤੇ ਉਹ ਮਾਹੌਲ ਨਾ ਬਣਾਇਆ ਜਾਵੇ। ਇਸੇ ਦੇ ਨਾਲ ਆਪਣੇ ਹੋਸਟ ਹੈ ਦੋਸਤ ਪ੍ਰੀਤ ਸੈਣੀ ਨੂੰ ਦਿਓ ਇਜਾਜ਼ਤ। ਬਣੇ ਰਹੋ ਗੁਰਬਾਣੀ ਅਖੰਡ ਬਾਣੀ ਦਾ। ਪ੍ਰੋਗਰਾਮ ਚੰਗਾ ਲੱਗਿਆ ਹੋਵੇ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ। ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।